ਸਨਮਾਨਯੋਗ ਗੁਰੂ ਸਵਾਰਿਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੀ ਗੁਰਮਤਿ ਕਲਾਸ ਵਿੱਚ ਆਪ ਸਾਰਿਆਂ ਨੂੰ ਜੀ ਆਇਆਂ। ਮੰਗਲਵਾਰ ਗਿਆਨੀ ਅੰਮ੍ਰਿਤਪਾਲ ਸਿੰਘ ਜੀ ਸਾਡੇ ਨਾਲ ਗੌੜੀ ਬਾਵਨ ਅੱਖਰੀ ਵੀਰ ਜੀ ਦੀ ਜੋ ਰਚਨਾ ਹੈ ਉਹਦੀ ਵਿਆਖਿਆ ਸਾਡੇ ਨਾਲ ਸਾਂਝੀ ਕਰ ਰਹੇ ਹਨ। 24 ਅੰਕਾਂ ਤੱਕ ਅਸੀਂ ਵਿਚਾਰ ਕਰ ਚੁੱਕੇ ਹਾਂ। 25ਵੇਂ ਅੰਕ ਤੋਂ ਅੱਜ ਦੀ ਵਿਚਾਰ ਆਰੰਭ ਹੋਏਗੀ। ਧੱਦਾ ਅਰਦੈ ਉਰਦ ਨਬੀਰਾ, ਅਰਦੈ ਉਰਦੈ ਮੰਝ ਬਸੇਰਾ। ਇਸ ਅੰਕ ਤੋਂ ਅੱਜ ਦੀ ਵਿਚਾਰ ਗਿਆਨੀ ਅੰਮ੍ਰਿਤਪਾਲ ਸਿੰਘ ਆਰੰਭ ਕਰ ਰਹੇ ਹਨ। ਮੈਂ ਬੇਨਤੀ ਕਰ ਰਿਹਾ ਗਿਆਨੀ ਅੰਮ੍ਰਿਤਪਾਲ ਸਿੰਘ ਨੂੰ ਕਿ ਅੱਜ ਦੀ ਵਿਚਾਰ ਆਰੰਭ ਕਰਨ। ਗਿਆਨੀ ਅੰਮ੍ਰਿਤਪਾਲ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਮਿਸ਼ਨਰੀ ਕਾਲਜ ਦੇ ਚੇਅਰਮੈਨ ਸਤਿਕਾਰਯੋਗ ਸਰਦਾਰ ਹਰਜੀਤ ਸਿੰਘ ਜੀ ਅਤੇ ਉਹਨਾਂ ਦੇ ਸਮੁੱਚੇ ਵਿਦਵਾਨਾਂ ਦੀ ਟੀਮ, ਸਿੱਖ ਮਿਸ਼ਨਰੀ ਕਾਲਜ ਦੇ ਸਰਕਲ ਨਾਲ ਜੁੜੀਆਂ ਹੋਈਆਂ ਸਮੂਹ ਸੰਗਤਾਂ ਨੂੰ ਮੇਰੇ ਵੱਲੋਂ ਬਹੁਤ ਹੀ ਪਿਆਰ ਸਹਿਤ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਭਗਤ ਕਬੀਰ ਜੀ ਦੇ ਪਾਵਨ ਮੁਖਾਰਬਿੰਦ ਤੋਂ ਉਚਾਰਨ ਅਸੀਂ ਵਿਚਾਰਾਂ ਕਰ ਰਹੇ ਹਾਂ। 52 ਅੱਖਰੀ ਦੀ ਬਾਣੀ ਦੀ ਵਿਚਾਰ ਚੱਲ ਰਹੀ ਹੈ, ਜਿਹਦੇ ਵਿੱਚ 24 ਪਦਿਆਂ ਤੱਕ ਅਸੀਂ ਇਹ ਵਿਚਾਰ ਕਰ ਚੁੱਕੇ ਹਾਂ। 25ਵੇਂ ਬੰਦ ਤੋਂ ਇਹ ਵਿਚਾਰ ਆਰੰਭ ਹੋਏਗੀ। ਪਿਛਲੇ ਵਿਚਾਰ ਦੇ ਵਿੱਚ ਅਸੀਂ ਇਹ ਭਗਤ ਕਬੀਰ ਜੀ ਦੇ ਰਸਨਾ ਤੋਂ ਇਹ ਉਪਦੇਸ਼ ਸਰਵਣ ਕੀਤੇ ਸਨ। ਦੱਦਾ ਦੇਖ ਜੋ ਬਿਨ ਸੰਹਾਰਾ, ਜਸ ਅਦੇਖ ਤਸ ਰਾਖ ਵਿਚਾਰਾ। ਕਿ ਜਿਹੜਾ ਉਹ ਅਦੇਖ ਹੈ, ਜਿਹੜਾ ਅੱਖਾਂ ਦੇ ਨਾਲ ਦਿਸਦਾ ਨਹੀਂ ਹੈ, ਉਸ ਅੱਖਾਂ ਵਾਲੇ ਨੂੰ ਦੇਖਣ ਦੇ ਲਈ ਇੱਕ ਤਰੀਕਾ ਹੈ। ਉਹ ਕਿਵੇਂ ਹੈ? ਕਿਵੇਂ ਪ੍ਰਭੂ ਨਜ਼ਰ ਆਏਗਾ ਜਿਹੜਾ ਇਹਨਾਂ ਅੱਖਾਂ ਨਾਲ ਦਿਸਦਾ ਨਹੀਂ ਹੈ? ਕਿਵੇਂ ਦਿਸੇਗਾ? 10ਵੇਂ ਦਵਾਰ ਕੁੰਚੀ ਜਬ ਦੀਜੈ, ਤਉ ਦਿਆਲ ਕੋ ਦਰਸ਼ਨ ਕੀਜੈ। ਜਦੋਂ ਅਸੀਂ 10ਵੇਂ ਦਵਾਰ ਨੂੰ ਕੁੰਜੀ ਲਗਾਵਾਂਗੇ, ਉਦੋਂ ਦਿਆਲੂ ਪ੍ਰਭੂ ਦੇ ਦਰਸ਼ਨ ਹੋਣਗੇ। 10ਵੇਂ ਦਵਾਰ ਨੂੰ ਕੁੰਜੀ ਲਗਾਉਣ ਦਾ ਭਾਵ ਅਸੀਂ ਪਿੱਛੇ ਵਿਚਾਰਿਆ ਸੀ ਕਿ ਕੁੰਜੀ ਲਗਾਉਣ ਦਾ ਭਾਵ ਇਹ ਨਹੀਂ ਹੈਗਾ ਕਿ ਕਿਸੇ ਸਾਧਾਂ ਸੰਤਾਂ ਦੀ ਤਰ੍ਹਾਂ, ਜੋਗੀਆਂ ਦੀ ਤਰ੍ਹਾਂ ਕੀੜਾ ਪਿੰਗਲਾ ਤੇ ਸੁਖਮਨਾਂ ਦੇ ਰਸਤੇ ਜਾ ਕੇ ਉਸ ਤੋਂ ਬਾਅਦ ਫਿਰ ਆਪਣੇ 10ਵੇਂ ਦਵਾਰ ਨੂੰ ਖੋਲਣਾ। ਜਿਵੇਂ ਜੋਗੀ ਅਕਸਰ ਆਖਦੇ ਨੇ ਜੋਗੀਆਂ ਦੇ ਵਿੱਚ ਕਿ ਜਦੋਂ ਅਸੀਂ ਆਪਣੇ 10ਵੇਂ ਦਵਾਰ ਨੂੰ ਖੋਲਦੇ ਹਾਂ, ਔਰ ਸਾਡੇ ਸਿਰ ਦੇ ਵਿੱਚ ਛੋਟੀ ਜਿਹੀ ਮੋਰੀ ਹੈ ਜਿਹਦੇ ਵਿੱਚ ਜਾ ਕੇ ਬੈਠਣ ਦੀ ਗੱਲ ਕਰਦੇ ਨੇ। ਹੁਣ ਇਸ ਤਰ੍ਹਾਂ ਦੀ ਗੱਲ ਗੁਰਮਤਿ ਨੇ ਨਹੀਂ ਕੀਤੀ ਉਸ 10ਵੇਂ ਦਵਾਰ ਦੀ। 10ਵੇਂ ਦਵਾਰ ਜਿਹੜਾ ਸ਼ਬਦ ਹੈ ਇਹ ਗੁਰਬਾਣੀ ਦੇ ਵਿੱਚ ਦਿਮਾਗ ਵਾਸਤੇ ਵਰਤਿਆ ਗਿਆ ਹੈ। ਸਮਗਰ ਗੁਰਬਾਣੀ ਵਿੱਚ ਦਿਮਾਗ ਸ਼ਬਦ ਨਹੀਂ ਆਇਆ, ਪਰ ਦਿਮਾਗ ਦੀ ਥਾਂ ਤੇ 10ਵੇਂ ਦਵਾਰ ਸ਼ਬਦ ਵਰਤ ਲਿਆ ਗਿਆ। ਦਿਮਾਗ ਦਾ ਨਾਮ 10ਵੇਂ ਦਵਾਰ ਇਸ ਕਰਕੇ ਹੈ ਕਿ ਸਰੀਰ ਦੇ 9 ਇੰਦਰੇ, 9 ਦੁਆਰੇ ਸਾਨੂੰ ਨਜ਼ਰ ਆਉਂਦੇ ਨੇ। ਅੱਖਾਂ, ਨੱਕ, ਕੰਨ, ਜ਼ੁਬਾਨ, ਲਿੰਗ, ਗੁਦਾਦਿਕ ਜਿਹੜੇ ਨੇ। ਪਰ ਜਿਹੜਾ ਸਾਡਾ ਦਿਮਾਗ ਹੈ ਉਹ ਸਾਨੂੰ ਨਜ਼ਰ ਨਹੀਂ ਆਉਂਦਾ, ਉਹ ਖੋਪੜੀ ਦੇ ਅੰਦਰ ਹੈ। ਇਹਨੂੰ ਗੁਰੂ ਜੀ ਨੇ ਬਾਣੀ ਚ ਕਿਹਾ ਹੈ 9 ਦੁਆਰੇ ਪ੍ਰਗਟ ਕੀਏ, 10ਵਾਂ ਗੁਪਤ ਰਖਾਇਆ। 9 ਦੁਆਰੇ ਪ੍ਰਗਟ ਨੇ, ਨਜ਼ਰ ਆਉਂਦੇ ਨੇ, 10ਵਾਂ ਨਜ਼ਰ ਨਹੀਂ ਆਉਂਦਾ, ਉਹ ਹੈ ਸਾਡਾ ਦਿਮਾਗ। 10ਵੇਂ ਦਵਾਰ ਕੁੰਚੀ ਜਬ ਦੀਜੇ ਦਾ ਭਾਵ ਇਹ ਨਹੀਂ ਕਿ ਈੜਾ ਪਿੰਗਲਾ ਸੁਖਮਨਾਂ ਦੇ ਰਸਤੇ ਲੰਘ ਕੇ ਫਿਰ 10ਵੇਂ ਦਵਾਰ ਨੂੰ ਖੋਲਣਾ, ਉੱਥੇ ਇੱਕ ਛੋਟੀ ਜਿਹੀ ਮੋਰੀ ਹੈ ਉੱਥੇ ਵੜ ਕੇ ਬਹਿ ਜਾਣਾ। ਇਹ ਜੋਗੀਆਂ ਵਾਲੇ ਜਿਹੜੇ ਥਿਊਰੀਆਂ ਨੇ, ਜੋਗੀਆਂ ਵਾਲੇ ਜਿਹੜੇ ਸਿਧਾਂਤ ਨੇ, ਉਹ ਸਾਡੀ ਸਿੱਖ ਕੌਮ 'ਚ ਵੀ ਆ ਰਹੇ ਨੇ। ਸਾਡੇ ਗੁਰਦੁਆਰਿਆਂ ਵਿੱਚ ਵੀ ਅੱਜ ਇਹ ਕੁਝ ਕੀਤਾ ਜਾ ਰਿਹਾ ਹੈ। ਲਾਈਟਾਂ ਬੰਦ ਕਰਕੇ ਉਸ ਤੋਂ ਬਾਅਦ ਇੱਦਾਂ ਹੀ ਸਮਾਧੀਆਂ ਲਾ ਕੇ ਅੱਖਾਂ ਮੀਟ ਕੇ ਸਿਖਾਇਆ ਜਾਂਦਾ ਹੈ ਕਿ ਇਸ ਤਰ੍ਹਾਂ ਤੁਸੀਂ ਵਾਹਿਗੁਰੂ ਵਾਹਿਗੁਰੂ ਕਰਨਾ ਹੈ, ਇੱਦਾਂ ਤੁਸੀਂ ਵਾਹ ਅੰਦਰ ਕਰਨਾ ਹੈ, ਗੁਰੂ ਬਾਹਰ ਕੱਢਣਾ ਹੈ, ਇੱਦਾਂ ਸਾਹ ਤੁਹਾਡਾ ਇੱਥੇ ਨਾਭੀ ਤੇ ਵੱਜਣਾ ਚਾਹੀਦਾ ਹੈ, ਫਲਾਣੀ ਥਾਂ ਤੇ ਵੱਜਣਾ ਚਾਹੀਦਾ ਹੈ। ਹੌਲੀ ਹੌਲੀ ਉਹਦੇ ਨਾਲ ਉਹ ਪ੍ਰਾਣ ਜਿਹੜੇ ਚੜ੍ਹਦੇ ਚਲੇ ਜਾਂਦੇ ਨੇ, ਫਿਰ ਪ੍ਰਾਣ 10ਵੇਂ ਦਵਾਰ ਤੱਕ ਟੇਕ ਜਾਂਦੇ ਨੇ। ਇਹੋ ਜਿਹੀਆਂ ਗੱਲਾਂ ਅਸੀਂ 10ਵੇਂ ਦਵਾਰ ਨੂੰ ਪਾੜ ਕੇ ਰੱਬ ਲੱਭਣਾ ਚਾਹੁੰਦੇ ਹਾਂ। ਅਸੀਂ 10ਵੇਂ ਦਵਾਰ ਨੂੰ ਪਾੜ ਕੇ ਹੀ ਰੱਬ ਕੱਢਣਾ। ਬਸ ਜਿਹੜਾ ਗੁਰੂ ਜੀ ਦਾ ਸੌਖਾ ਜਿਹਾ ਕਨਸੈਪਟ ਸੀ ਉਹ ਮੰਨਣ ਨੂੰ ਤਿਆਰ ਨਹੀਂ ਆ। ਗੁਰੂ ਜੀ ਕਹਿੰਦੇ ਨੇ ਸਾਰਿਆਂ ਦੇ ਵਿੱਚ ਤੇ ਰੱਬ ਹੈ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਅਸੀਂ ਆਪਣਾ ਦਿਮਾਗ ਪਾੜ ਕੇ ਰੱਬ ਕੱਢਣਾ ਚਾਹੁੰਦੇ ਹਾਂ। ਗੁਰੂ ਜੀ ਕਹਿੰਦੇ ਨੇ ਜੋ ਦਿਸਿਆ ਸੋ ਤੇਰਾ ਰੂਪ, ਜੋ ਨਜ਼ਰ ਆ ਰਿਹਾ ਹੈ ਤੇਰਾ ਹੀ ਤੇ ਰੂਪ ਹੈ। ਉਹਦੇ ਲਈ ਕੀ ਕਰਨਾ ਪਏਗਾ? 10ਵੇਂ ਦਵਾਰ ਕੁੰਜੀ ਜਬ ਦੀਜੈ। 10ਵੇਂ ਦਵਾਰ ਨੂੰ ਜਦੋਂ ਕੁੰਜੀ ਲਗਾਵਾਂਗੇ ਤੇ ਉਹ ਕੁੰਜੀ ਕਿਹੜੀ ਹੈ?
ਕੁੰਜੀ ਸਾਧਾਂ ਸੰਤਾਂ ਵਾਲੀ ਨਹੀਂ, ਜੋਗੀਆਂ ਸੰਨਿਆਸੀਆਂ ਵਾਲੀ ਨਹੀਂ, ਕੁੰਜੀ ਹੈ ਗਿਆਨ ਦੀ। ਗੁਰੂ ਕੁੰਜੀ ਪਾਹੂ ਨਿਵਲ ਮਨ ਕੋਠਾ ਤਨ ਛਤ। ਗੁਰਬਾਣੀ ਦੀ ਵਿਆਖਿਆ ਗੁਰਬਾਣੀ ਕਰ ਰਹੀ ਹੈ, ਗੁਰੂ ਕੁੰਜੀ ਹੈ, ਗੁਰੂ ਜਿਹੜਾ ਗਿਆਨ ਹੈ, ਜਿਹੜਾ ਸ਼ਬਦ ਹੈ, ਗੁਰੂ ਦਾ ਜਿਹੜਾ ਉਪਦੇਸ਼ ਹੈ, ਉਹ ਸਾਡੇ ਲਈ ਕੁੰਜੀ ਹੈ। ਅਸੀਂ ਗੁਰੂ ਦੇ ਉਪਦੇਸ਼ ਨੂੰ ਆਪਣੇ ਦਿਮਾਗ 'ਚ ਵਸਾਉਣਾ ਹੈ, ਆਹ ਦਿਮਾਗ ਨੂੰ ਕੁੰਜੀ ਲਗਾਣੀ ਹੈ। ਜਦੋਂ ਗੁਰੂ ਦਾ ਸ਼ਬਦ ਸਾਡੇ ਦਿਮਾਗ 'ਚ ਆਏਗਾ, ਰੱਬ ਦਿਸ ਜਾਏਗਾ। ਇੱਥੇ ਦਿਮਾਗ ਖੋਲਣ ਦੀ ਗੱਲ ਨਹੀਂ ਕਿ ਤੁਸੀਂ ਦਿਮਾਗ ਨੂੰ ਤੋੜ ਕੇ ਖੋਲਣਾ ਕਿਸੇ ਤਰੀਕੇ। ਉਸ ਇਹੋ ਜਿਹੇ ਜੋਗੀਆਂ ਵਾਲੇ ਦਿਮਾਗ ਖੋਲਣ ਦੀਆਂ ਗੱਲਾਂ ਨੂੰ ਗੁਰੂ ਜੀ ਨੇ ਮੂਰਖਾਂ ਵਾਲੇ ਕੰਮ ਕਿਹਾ। ਮਨ ਨਿਰਮਲ ਨਹੀਂ ਦਸਵੇਂ ਦੁਆਰ, ਭਰਮ ਭਰਮ ਆਵੇ ਬੂੜਾ ਵਾਰੋ ਵਾਰ। ਇਹ ਮੂਰਖ ਭਟਕਦਾ ਫਿਰਦਾ ਹੈ, ਇਸ ਤਰ੍ਹਾਂ ਮਨ ਪਵਿੱਤਰ ਨਹੀਂ ਹੁੰਦਾ। ਦਸਵੇਂ ਦੁਆਰ ਨੂੰ ਖੋਲਣ ਨਾਲ ਮਨ ਪਵਿੱਤਰ ਨਹੀਂ ਹੁੰਦਾ। ਜਿੰਨਾ ਵੀ ਮਰਜ਼ੀ ਕੋਈ ਕੋਸ਼ਿਸ਼ ਕਰਨ ਦਾ ਯਤਨ ਕਰੇ, ਮਨ ਨਿਰਮਲ ਨਹੀਂ ਦਸਵੇਂ ਦੁਆਰ, ਭਰਮ ਭਰਮ ਆਵੇ ਬੂੜਾ ਵਾਰੋ ਵਾਰ। ਇਹ ਮੂਰਖ ਭਟਕਦਾ ਫਿਰਦਾ ਹੈਗਾ ਇਹਨਾਂ ਚੱਕਰਾਂ ਦੇ ਵਿੱਚ। ਦਸਵੇਂ ਦੁਆਰ ਨੂੰ ਭਾਵ ਦਿਮਾਗ ਨੂੰ ਕੁੰਜੀ ਲਗਾਣੀ ਗੁਰੂ ਦੇ ਗਿਆਨ ਦੀ। ਜੇ ਰੱਬ ਦੇ ਦਰਸ਼ਨ ਕਰਨੇ ਨੇ ਤੇ ਗੁਰੂ ਦਾ ਗਿਆਨ ਕੀ ਹੈ? ਗੁਰੂ ਦਾ ਗਿਆਨ ਹੈ ਘਟ ਘਟ ਮੈਂ ਹਰ ਜੂ ਬਸੈ, ਸੰਤਨ ਕਿਉ ਪੁਕਾਰ। ਇਸ ਗਿਆਨ ਨੂੰ ਆਪਣੇ ਸੋਚ ਵਿੱਚ ਵਸਾਣਾ ਸੀ, ਆਪਣੇ ਦਿਮਾਗ ਵਿੱਚ ਗੁਰੂ ਦੇ ਇਸ ਗਿਆਨ ਨੂੰ ਟਿਕਾਣਾ ਸੀ ਕਿ ਈਬੈ ਬੀਠਲ ਉਬੈ ਬੀਠਲ, ਬੀਠਲ ਬਿਨ ਸੰਸਾਰ ਨਹੀਂ। ਗੁਰੂ ਦੇ ਗਿਆਨ ਦੀ ਚਾਬੀ ਦਿਮਾਗ ਨੂੰ ਲਾਣੀ ਸੀ ਕਿ ਜਲ ਥਲ ਮਹੀਲ ਪੂਰਿਆ ਰਵਿਆ ਵਿੱਚ ਬਣਾ। ਗੁਰੂ ਦੇ ਦਿਮਾਗ ਨੂੰ ਇਹ ਕੁੰਜੀ ਲਗਾਣੀ ਸੀ, ਇਤੇ ਔਰਤ ਮਰਦਾਂ ਸਾਜੇ ਇਹ ਸਭ ਰੂਪ ਤੁਮਾਰੇ। ਗੁਰੂ ਦੇ ਗਿਆਨ ਦੀ ਚਾਬੀ ਇਸ ਦਿਮਾਗ ਨੂੰ ਲਾਣੀ ਸੀ। ਅਸੀਂ ਚਾਬੀਆਂ ਬਾਹਰਲੀਆਂ ਲਗਾਉਂਦੇ ਫਿਰਦੇ ਹਾਂ, ਦਿਮਾਗ ਸਾਡਾ ਖੁੱਲਦਾ ਨਹੀਂ ਹੈ, ਚਾਬੀਆਂ ਗਲਤ ਨੇ। ਇਸ ਦਿਮਾਗ ਨੂੰ ਚਾਬੀ ਲਾਣੀ ਹੈਗੀ ਗੁਰੂ ਦੇ ਗਿਆਨ ਦੀ। ਫਰੀਦਾ ਖਾਲਕ ਖਲਕ ਮੈਂ, ਖਲਕ ਵਸੈ ਰੱਬ ਮਾਹੇ, ਮੰਦਾ ਕਿਸ ਨੂੰ ਆਖੀ ਹੈ ਨਾ ਤਿਸ ਬਿਨ ਕੋਈ ਨਾ ਹੈ। ਗੁਰੂ ਦੇ ਗਿਆਨ ਦੀ ਚਾਬੀ ਲਗਾਣੀ ਸੀ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਵ, ਤੂੰ ਮੇਰਾ ਭਰਾਤਾ। ਤੂੰ ਮੇਰਾ ਪਿਤਾ ਹੈ, ਮੇਰੇ ਪਿਤਾ ਵਿੱਚ ਵੀ ਤੂੰ ਹੈ। ਮੈਂ ਆਪਣੇ ਪਿਤਾ ਚ ਰੱਬ ਦੇਖਣਾ ਸੀ। ਮਾਂ ਵੀ ਮੇਰੀ ਤੂੰ ਹੈ ਔਰ ਮੇਰੀ ਮਾਂ ਵਿੱਚ ਵੀ ਤੂੰ ਹੈ। ਮੈਂ ਆਪਣੀ ਮਾਂ ਚ ਰੱਬ ਦੇਖਣਾ ਸੀ। ਮੇਰਾ ਰਿਸ਼ਤੇਦਾਰ ਵੀ ਤੂੰ ਹੈ, ਮੇਰੇ ਰਿਸ਼ਤੇਦਾਰ ਵਿੱਚ ਵੀ ਤੂੰ ਹੈ। ਮੈਂ ਆਪਣੇ ਰਿਸ਼ਤੇਦਾਰ ਚ ਉਸ ਰੱਬ ਨੂੰ ਦੇਖਣਾ ਸੀ। ਤੂੰ ਮੇਰਾ ਭਰਾਤਾ, ਮੇਰਾ ਭਰਾ ਤੂੰ ਹੈ ਤੇ ਮੇਰੇ ਭਰਾ ਵਿੱਚ ਤੂੰ ਹੀ ਹੈ। ਮੈਂ ਆਪਣੇ ਭਰਾ ਵਿੱਚੋਂ ਉਸ ਪ੍ਰਭੂ ਨੂੰ ਦੇਖਣਾ ਸੀ। ਮੇਰਾ ਭਰਾ ਵੀ ਤੂੰ ਹੀ ਹੈ, ਮੇਰੀ ਮਾਂ ਵੀ ਤੂੰ ਹੈ, ਮੇਰਾ ਪਿਤਾ ਵੀ ਤੂੰ ਹੈ, ਮੇਰੇ ਬੱਚੇ, ਮੇਰਾ ਆਂਢ ਗੁਆਂਢ, ਮੇਰੇ ਮਿੱਤਰ, ਸਾਰਾ ਕੁਝ ਤੂੰ ਹੀ ਤੇ ਹੈ। ਸਾਰਿਆਂ ਚ ਤੂੰ ਹੀ ਤੇ ਬੈਠਾ ਹੋਇਆ। ਆਹ ਲਾਣੀ ਸੀ ਕੁੰਜੀ। ਤੇ ਦੇਖੋ ਕਿੰਨਾ ਸੌਖਾ ਤਰੀਕਾ ਗੁਰੂ ਜੀ ਨੇ ਸਾਨੂੰ ਦੱਸਿਆ ਹੈਗਾ, ਕਿੰਨਾ ਸੌਖਾ ਤਰੀਕਾ ਰੱਬ ਨੂੰ ਪਾਉਣ ਦਾ, ਕਿ ਜਦੋਂ ਸਾਡੇ ਦਿਮਾਗ ਵਿੱਚ ਗੁਰੂ ਦੇ ਗਿਆਨ ਦੀ ਸ਼ਬਦ ਦੀ ਕੁੰਜੀ ਲੱਗ ਜਾਏਗੀ ਤਾਂ ਉਹ ਦਿਆਲ ਕੋ ਦਰਸ਼ਨ ਦੀ ਕੀਜੈ। ਇਦਾਂ ਦਿਆਲੂ ਪ੍ਰਭੂ ਦੇ ਦਰਸ਼ਨ ਹੋ ਜਾਣਗੇ, ਕਿਉਂਕਿ ਸਾਰਿਆਂ ਵਿੱਚ ਹੀ ਹੈਗਾ। ਹੁਣ ਇਹਦੇ ਨਾਲ ਕੀ ਹੋਏਗਾ? ਇਸ ਤੋਂ ਅੱਗੇ 25ਵੇਂ ਬੰਦ ਤੋਂ ਅਸੀਂ ਇਹ ਵਿਚਾਰ ਆਰੰਭ ਕਰ ਰਹੇ ਹਾਂ। ਤੱਧਾ ਅਰਧੈ ਉਰਧ ਨਿਬੇਰਾ। ਇੱਥੇ ਪਾਠ ਹੋਏਗਾ ਤੱਧਾ, ਧਾ ਦੇ ਨਾਲ। ਜੇ ਪਹਿਲਾ ਅੱਖਰ ਆ ਜਾਵੇ ਉਹਨੂੰ ਧ ਬੋਲਣਾ। ਜੇ ਇਹੀ ਤੱਦਾ ਅੱਖਰ ਦੂਜੇ, ਤੀਜੇ, ਚੌਥੇ, ਪੰਜਵੇਂ, ਛੇਵੇਂ ਨੰਬਰ ਤੇ ਆਵੇ ਫਿਰ ਧ ਬੋਲਿਆ ਜਾਏਗਾ। ਇਸ ਕਰਕੇ ਇੱਕੋ ਉਚਾਰਨ ਦੇ ਵਿੱਚ ਹੀ ਅਸੀਂ ਦੋਨਾਂ ਹੀ ਤੱਦਿਆਂ ਦੇ ਉਚਾਰਨ ਸਿੱਖ ਜਾਂਦੇ ਹਾਂ ਕਿ ਸਟਾਰਟਿੰਗ ਵਿੱਚ ਆਉਣ ਵਾਲਾ ਧ, ਸਟਾਰਟਿੰਗ ਤੋਂ ਬਾਅਦ ਦੂਜੇ, ਤੀਜੇ, ਚੌਥੇ ਕਿਸੇ ਵੀ ਨੰਬਰ ਤੇ ਆਉਣ ਵਾਲਾ ਧ। ਦ ਨਹੀਂ, ਤੱਦਾ ਕਵਾਂਗੇ ਤੇ ਦ ਬੋਲਿਆ ਜਾਏਗਾ। ਤੱਦਾ, ਦਾ ਨਹੀਂ, ਤੱਦਾ। ਇਹ ਦੋਨੋਂ ਉਚਾਰਨ ਹੀ ਸਾਨੂੰ ਸਿਖਾ ਦਿੰਦਾ ਵੇ ਕਿ ਸਟਾਰਟਿੰਗ ਵਾਲਾ ਧ ਹੈਗਾ, ਸਟਾਰਟਿੰਗ ਤੋਂ ਬਾਅਦ ਵਾਲਾ ਧਾ ਹੈਗਾ। ਤੱਦਾ। ਹੁਣ ਤੱਦੇ ਅੱਖਰ ਦੇ ਰਾਹੀਂ ਭਗਤ ਕਬੀਰ ਜੀ ਸਾਨੂੰ ਉਪਦੇਸ਼ ਕਰ ਰਹੇ ਹਨ ਅਰਧ ਹੈ। ਹੁਣ ਇੱਥੇ ਨਾਸਕੀ ਉਚਾਰਨ ਨਹੀਂ ਕਰਨਾ ਹੈਗਾ। ਅਰਧ ਹੈ, ਅਰਧ ਹੈ ਨਹੀਂ ਪਾਠ ਹੈਗਾ। ਇਹ ਕੋਈ ਬਹੁਵਚਨੀ ਸ਼ਬਦ ਨਹੀਂ ਹੈਗਾ ਜਿਹਨੂੰ ਅਸੀਂ ਅਰਧ ਹੈ ਕਵਾਂਗੇ, ਉਸ ਤੋਂ ਅੱਗੇ ਫਿਰ ਉਰਧ ਹੈ ਵੀ ਆਉਂਦਾ ਵੈ। ਇਸ ਤਰ੍ਹਾਂ ਨਹੀਂ, ਇਹ ਬਹੁਵਚਨੀ ਸ਼ਬਦ ਨਹੀਂ ਹੈ। ਇਹ ਆਪਣੇ ਆਪ ਚ ਇੱਕ ਨਾਉਨ ਹੈਗਾ। ਅਰਧ ਹੈ, ਅਰਧ ਹੈ ਮੈਨੇ ਨੀਵਾਂ, ਉਰਧ, ਉਰਧ ਮੈਨੇ ਉੱਚਾ। ਇਹ ਸੰਸਕ੍ਰਿਤ ਦੇ ਸ਼ਬਦ ਹੈਗੇ ਨੇ। ਨਵੇਰਾ, ਨਵੇਰਾ ਮੈਨੇ ਨਖੇੜਾ, ਫੈਸਲਾ। ਹੁਣ ਕੀ ਹੋਇਆ? ਤੱਧਾ ਅਰਧ ਹੈ ਉਰਧ ਨਵੇਰਾ। ਜਦੋਂ ਗੁਰੂ ਦੇ ਗਿਆਨ ਦੀ ਕੁੰਜੀ ਲਾਈ, ਹੁਣ ਕੀ ਹੋਇਆ? ਜਿਹੜਾ ਅਰਧ ਹੈ ਸੀ, ਜਿਹੜਾ ਨੀਵਾਂ ਸੀ। ਨੀਵਾਂ ਕੌਣ ਸੀ? ਨੀਵਾਂ ਸੀ ਮਨ। ਹੁਣ ਮਨ ਨੀਵਾਂ ਕਿਵੇਂ ਸੀ? ਹੁਣ ਇਹਦਾ ਕੋਈ ਆਕਾਰ ਤੇ ਹੈ ਨਹੀਂ ਸੀ ਕਵਾਂਗੇ ਵੀ ਦਾ ਕੱਦ ਜੀ 4 ਫੁੱਟ ਹੀ ਰਹਿ ਗਿਆ, ਇਸ ਕਰਕੇ ਮਨ ਨੀਵਾਂ ਰਹਿ ਗਿਆ। ਇੱਥੇ ਕੱਦ ਦੀ ਗੱਲ ਨਹੀਂ। ਕੱਦ ਕਰਕੇ ਕੋਈ ਵੀ ਬੰਦਾ ਨੀਵਾਂ ਹੋ ਸਕਦਾ ਹੈ, ਉੱਚਾ ਹੋ ਸਕਦਾ ਹੈ, ਪਰ ਇੱਥੇ ਗੁਰੂ ਜੀ ਸੋਚ ਕਰਕੇ ਨੀਵਾਂ ਕਹਿ ਰਹੇ ਨੇ। ਜਿਹਦੀ ਸੋਚ ਨੀਵੀਂ ਹੈ, ਨੀਵੀਂ ਸੋਚ ਵਾਲਾ ਬੰਦਾ, ਉਹ ਸੋਚ ਨੀਵੀਂ ਵਾਲਾ ਜਿਹਦੀ ਸੋਚ ਦੇ ਵਿੱਚ ਵਿਕਾਰ ਨੇ,
ਨਿੰਦਾ ਚੁਗਲੀ ਹੈ, ਝੂਠ ਹੈ, ਕਿਸੇ ਬੇਗਾਨੇ ਦਾ ਹੱਕ ਮਾਰਨਾ ਹੈ, ਕਿਸੇ ਤੇ ਜ਼ੁਲਮ ਕਰਨਾ ਹੈ, ਕਿਸੇ ਦੇ ਨਾਲ ਈਰਖਾ ਕਰਨੀ, ਕਿਸੇ ਨਾਲ ਨਫ਼ਰਤ ਕਰਨੀ, ਕਿਸੇ ਦੀ ਚੀਜ਼ ਖੋਣੀ, ਇਹ ਨੀਵੀਂ ਸੋਚ ਦਾ ਪ੍ਰਤੀਕ ਹੈ। ਉਹ ਜਿਹੜਾ ਮਨ ਨੀਵੀਂ ਸੋਚ ਵਾਲਾ ਸੀ, ਭਾਵ ਜਦੋਂ ਵਿਚਾਰ ਨੀਵੇਂ ਸਨ, ਜਦੋਂ ਵਿਚਾਰ ਸਮਾਜ ਦੇ ਨੁਕਸਾਨ ਵਾਲੇ ਸਨ, ਜਦੋਂ ਵਿਚਾਰ ਹਿੰਸਾ ਵਾਲੇ ਸਨ, ਜਦੋਂ ਵਿਚਾਰ ਕਿਸੇ ਦਾ ਹੱਕ ਮਾਰਨ ਵਾਲੇ ਸਨ, ਜਦੋਂ ਵਿਚਾਰ ਈਰਖਾ ਵਾਲੇ, ਨਫ਼ਰਤ ਵਾਲੇ ਸਨ, ਉਹਨਾਂ ਨੀਵੇਂ ਵਿਚਾਰਾਂ ਨੂੰ ਕਹਿ ਦਿੱਤਾ ਨੀਵਾਂ ਮਨ। ਜਦੋਂ ਮਨ ਨੀਵਾਂ ਸੀ, ਭਾਵ ਜਦੋਂ ਸੋਚ ਨੀਵੀਂ ਸੀ, ਉਹ ਸੋਚ ਸੀ ਮਾਇਆ ਵਾਲੀ। ਮਾਇਆ ਅਕਸਰ ਆਮ ਤੌਰ ਤੇ ਕੁਝ ਲੋਕ ਧਨ ਨੂੰ ਵੀ ਕਹਿ ਦਿੰਦੇ ਨੇ, ਧਨ ਦੌਲਤ ਪਦਾਰਥਾਂ ਨੂੰ। ਕੁਝ ਲੋਕ ਮਾਇਆ ਇੱਕ ਸ਼ਕਤੀ ਮੰਨਦੇ ਨੇ, ਵੀ ਇੱਕ ਸ਼ਕਤੀ ਹੈ ਮਾਇਆ। ਇੱਥੇ ਮੈਂ ਇੱਕ ਗੱਲ ਸਪਸ਼ਟ ਕਰ ਦਿਆਂ, ਆ ਜਿਹੜੀ ਨੀਵੀਂ ਸੋਚ ਹੈ ਨਾ, ਅਰਧ ਹੈ, ਇਹਦਾ ਨਾਮ ਮਾਇਆ ਹੈ। ਮਾਇਆ ਕੋਈ ਧਨ ਦੌਲਤ ਪਦਾਰਥਾਂ ਦੀ ਤੇ ਗੱਲ ਨਹੀਂ ਹੋ ਰਹੀ ਕਿ ਸਿੱਖ ਕੋਲ ਪਦਾਰਥ ਨਹੀਂ ਹੋਣੇ ਚਾਹੀਦੇ, ਸਿੱਖ ਕੋਲ ਦੌਲਤ ਨਹੀਂ ਹੋਣੀ ਚਾਹੀਦੀ ਜੀ, ਨਹੀਂ ਨਹੀਂ। ਤੇ ਨਾ ਹੀ ਮਾਇਆ ਕੋਈ ਸ਼ਕਤੀ ਹੈ, ਸ਼ਕਤੀ ਵੀ ਨਹੀਂ ਹੈ। ਅਨੇਕਾਂ ਮਤਾਂ ਦੇ ਵਿੱਚ ਰੱਬ ਦੇ ਬਰਾਬਰ ਕੁਝ ਸ਼ਕਤੀਆਂ ਮੰਨੀਆਂ ਗਈਆਂ। ਕਿਸੇ ਮਤ ਵਿੱਚ ਮੰਨ ਲਿਆ ਗਿਆ ਵੀ ਮਾਇਆ ਇੱਕ ਸ਼ਕਤੀ ਹੈ, ਇੱਕ ਬ੍ਰਹਮ ਸ਼ਕਤੀ ਹੈ, ਦੂਜੇ ਪਾਸੇ ਮਾਇਆ ਸ਼ਕਤੀ। ਸਨਾਤਨ ਮਤ ਵਿੱਚ ਮਾਇਆ ਨੂੰ ਇੱਕ ਸ਼ਕਤੀ ਮੰਨਿਆ ਗਿਆ। ਇਸੇ ਤਰ੍ਹਾਂ ਵੈਸਟਰਨ ਕੰਟਰੀਜ਼ ਜਦੋਂ ਅਸੀਂ ਉਹਨਾਂ ਦੇ ਮਤਾਂ ਨੂੰ ਦੇਖਦੇ ਹਾਂ, ਉਹਦੇ ਵਿੱਚ ਗੋਡ ਦੇ ਪੈਰਲਲ ਸ਼ੈਤਾਨ ਨੂੰ ਸ਼ਕਤੀ ਮੰਨਿਆ ਗਿਆ, ਕਿ ਰੱਬ ਦੇ ਮੁਕਾਬਲੇ ਸ਼ੈਤਾਨ ਇੱਕ ਸ਼ਕਤੀ ਹੈ। ਗੁਰਮਤ ਨੇ ਰੱਬ ਦੇ ਪੈਰਲਲ ਕਿਸੇ ਸ਼ਕਤੀ ਨੂੰ ਮੰਨਿਆ ਹੀ ਨਹੀਂ। ਸਰਵ ਸ਼ਕਤੀਮਾਨ ਰੱਬ ਨੂੰ ਹੀ ਮੰਨਿਆ। ਜੇ ਰੱਬ ਦੇ ਬਰਾਬਰ ਕੋਈ ਹੋਰ ਸ਼ਕਤੀ ਹੈ, ਫਿਰ ਰੱਬ ਸਰਵ ਸ਼ਕਤੀਮਾਨ ਨਹੀਂ ਰਹਿ ਜਾਏਗਾ, ਫਿਰ ਉਹਨੂੰ ਸਰਵ ਸ਼ਕਤੀਮਾਨ ਨਹੀਂ ਅਸੀਂ ਕਹਿ ਸਕਦੇ। ਜੇ ਰੱਬ ਸਰਵ ਸ਼ਕਤੀਮਾਨ ਹੈ, ਇਹਦਾ ਮਤਲਬ ਰੱਬ ਦੇ ਮੁਕਾਬਲੇ ਹੋਰ ਸ਼ਕਤੀ ਹੈ ਹੀ ਕੋਈ ਨਹੀਂ। ਤੇ ਦੂਜੀ ਗੱਲ, ਜੇ ਕੁਝ ਲੋਕ ਇਹ ਕਹਿ ਦੇਣ ਜੀ ਹਾਂ ਸ਼ਕਤੀ ਤੇ ਹੈ ਪਰ ਰੱਬ ਦੇ ਮੁਕਾਬਲੇ ਨਹੀਂ, ਰੱਬ ਤੋਂ ਥੋੜੀ ਜਿਹੀ ਥੱਲੇ ਸ਼ਕਤੀ ਹੈ, ਤਾਂ ਵੀ ਗੜਬੜ ਹੋ ਜਾਏਗੀ। ਕਿਉਂ? ਜੇ ਰੱਬ ਤੋਂ ਥੱਲੇ ਹੈ ਸ਼ਕਤੀ ਸ਼ੈਤਾਨ, ਜਾਂ ਰੱਬ ਤੋਂ ਥੋੜਾ ਜਿਹਾ ਥੱਲੇ ਸ਼ਕਤੀ ਹੈ ਮਾਇਆ, ਫਿਰ ਉਹ ਰਹਿੰਦੇ ਕਿੱਥੇ ਨੇ? ਫਿਰ ਜਿੱਥੇ ਉਹ ਰਹਿਣਗੇ, ਜਿੱਥੇ ਉਹਨਾਂ ਦਾ ਘਰ ਹੋਏਗਾ, ਸ਼ੈਤਾਨ ਦਾ ਜਿੱਥੇ ਘਰ ਹੋਏਗਾ ਜਾਂ ਮਾਇਆ ਦਾ ਜਿੱਥੇ ਘਰ ਹੋਏਗਾ, ਉੱਥੇ ਫਿਰ ਰੱਬ ਨਹੀਂ ਨਾ ਹੋਏਗਾ। ਜੇ ਉੱਥੇ ਰੱਬ ਨਹੀਂ ਹੋਏਗਾ, ਫਿਰ ਰੱਬ ਸਰਵ ਵਿਆਪਕ ਨਹੀਂ ਹੈ। ਫਿਰ ਅਸੀਂ ਇਹ ਨਹੀਂ ਕਹਿ ਸਕਦੇ ਰੱਬ ਸਰਵ ਵਿਆਪਕ। ਰੱਬ ਅਸੀਂ ਇੱਕ ਓਂਕਾਰ ਨਹੀਂ ਕਹਿ ਸਕਦੇ, ਫਿਰ ਇੱਕ ਓਂਕਾਰ ਦਾ ਸਿਧਾਂਤ ਕੰਡੈਮ ਹੋ ਜਾਏਗਾ। ਇੱਕ ਓਂਕਾਰ ਦਾ ਮਤਲਬ ਇਹ ਇੱਕ ਹੈ ਤੇ ਕਾਰ ਵੀ ਸਾਰਿਆਂ ਵਿੱਚ ਹੈ, ਹਰ ਜਗ੍ਹਾ ਤੇ ਹੈ, ਜ਼ਰੇ ਜ਼ਰੇ ਵਿੱਚ ਹੈ, ਕਣ ਕਣ ਵਿੱਚ ਹੈ। ਜੇ ਕਣ ਕਣ ਵਿੱਚ ਹੈ, ਜਿੱਥੇ ਉਹ ਆਪ ਹੀ ਹੈ, ਉਸ ਰੱਬ ਦੇ ਬਰਾਬਰ ਕੋਈ ਦੂਜੀ ਸ਼ਕਤੀ ਕਿਵੇਂ ਰਹਿ ਸਕਦੀ ਹੈ? ਫਿਰ ਦੂਜੀ ਸ਼ਕਤੀ ਰਹਿ ਹੀ ਨਹੀਂ ਸਕਦੀ ਉੱਥੇ। ਜੇ ਦੂਜੀ ਸ਼ਕਤੀ ਹੈ, ਚਾਹੇ ਉਹ ਸ਼ੈਤਾਨ, ਚਾਹੇ ਉਹ ਮਾਇਆ, ਫਿਰ ਜਿੱਥੇ ਉਹ ਨਿਵਾਸ ਕਰਦੀ ਉੱਥੇ ਰੱਬ ਨਹੀਂ ਹੈ, ਫਿਰ ਰੱਬ ਸਰਵ ਵਿਆਪਕ ਨਹੀਂ ਹੈ, ਫਿਰ ਉਹ ਪੁਰਖ ਨਹੀਂ ਹੈ, ਪੁਰਖ ਮੈਨੇ ਵਿਆਪਕ। ਤੇ ਜੋ ਪ੍ਰਭੂ ਪੁਰਖ ਹੈਗਾ, ਫਿਰ ਕੋਈ ਸ਼ਕਤੀ ਹੋਰ ਹੈ ਹੀ ਨਹੀਂ। ਇਸ ਕਰਕੇ ਪ੍ਰਭੂ ਸਰਵ ਵਿਆਪਕ ਹੈ, ਪ੍ਰਭੂ ਸਰਵ ਸ਼ਕਤੀਮਾਨ ਹੈ। ਗੁਰਮਤ ਨੇ ਰੱਬ ਦੇ ਮੁਕਾਬਲੇ, ਰੱਬ ਦੇ ਪੈਰਲਲ, ਰੱਬ ਦੇ ਬਰਾਬਰ ਹੋਰ ਸ਼ਕਤੀ ਮੰਨੀ ਨਹੀਂ, ਨਾ ਸ਼ੈਤਾਨ ਨੂੰ ਮੰਨਿਆ, ਨਾ ਮਾਇਆ ਨੂੰ ਮੰਨਿਆ। ਇਸ ਕਰਕੇ ਕੋਈ ਸ਼ਕਤੀ ਨਹੀਂ ਹੈ। ਜਿਵੇਂ ਸਾਡੇ ਸਾਧਾ ਸੰਤੀਆਂ ਦੀਆਂ ਅਸੀਂ ਜੋ ਕਹਾਣੀਆਂ ਪੜ੍ਹਦੇ ਹਾਂ, ਮਾਇਆ ਸ਼ਕਤੀ ਬਣ ਕੇ ਸਾਹਮਣੇ ਆ ਗਈ, ਉਹ ਜੀ ਤਪੱਸਿਆ ਭੰਗ ਕਰਨ ਵਾਸਤੇ ਆ ਗਈ, ਅਸੀਂ ਇਹੋ ਜਿਹੀ ਚੀਜ਼ਾਂ ਪੜ੍ਹਦੇ ਹਾਂ ਸਾਧਾ ਸੰਤਾਂ ਦੀਆਂ ਜਦੋਂ ਕਹਾਣੀਆਂ ਪੜ੍ਹਦੇ ਹਾਂ। ਏਦਾਂ ਦੀ ਕੋਈ ਸ਼ਕਤੀ ਨਹੀਂ ਹੁੰਦੀ। ਮਾਇਆ ਇੱਕ ਸੋਚ ਦਾ ਨਾਮ ਹੈ। ਉਹ ਵਾਲੀ ਸੋਚ ਜਿਹੜੀ ਦਵੈਤ ਵਾਲੀ ਹੁੰਦੀ ਹੈ। ਦਵੈਤ ਵਾਲੀ ਸੋਚ ਮੈਨੇ ਆ ਮੇਰਾ ਉਹ ਤੇਰਾ, ਇਹ ਆਪਣਾ ਇਹ ਬੇਗਾਨਾ, ਇਹ ਊਚ ਇਹ ਨੀਚ, ਜਿੱਥੇ ਸਵਾਰਥ ਪੈਦਾ ਹੋ ਜਾਂਦਾ ਹੈ। ਮੈਂ ਆਪਣੇ ਬੱਚੇ ਲਈ ਕਰ ਰਿਹਾ, ਗੁਆਂਢੀ ਦੇ ਬੱਚੇ ਨਾਲ ਕੋਈ ਵਾਸਤਾ ਨਹੀਂ। ਮੈਂ ਆਪਣੀ ਮਾਂ ਦੀ ਸੇਵਾ ਕਰ ਰਿਹਾ, ਗੁਆਂਢੀ ਦੀ ਮਾਂ ਬਿਮਾਰ ਹੋ ਕੇ ਮਰੇ ਤੇ ਕੋਈ ਪਰਵਾਹ ਨਹੀਂ। ਉਹ ਦਵੈਤ ਵਾਲੀ ਸੋਚ, ਉਹ ਸੋਚ ਜਿਹਦੇ ਵਿੱਚ ਸਾਨੂੰ ਰੱਬ ਭੁੱਲ ਜਾਂਦਾ ਹੈ ਕਿ ਗੁਆਂਢੀ ਦੇ ਬੱਚੇ ਵਿੱਚ ਤੇ ਰੱਬ ਸੀ, ਗੁਆਂਢੀ ਦੀ ਮਾਂ ਵਿੱਚ ਵੀ ਤੇ ਰੱਬ ਹੀ ਹੈ। ਜਦੋਂ ਆਹ ਸੋਚ ਆ ਜਾਂਦੀ ਹੈ ਨਾ, ਰੱਬ ਭੁੱਲ ਜਾਂਦਾ ਹੈ, ਸਵਾਰਥ ਪੈਦਾ ਹੋ ਜਾਂਦਾ ਹੈ, ਮੋਹ ਪੈਦਾ ਹੋ ਜਾਂਦਾ ਹੈ, ਆਪਣਿਆਂ ਲਈ ਵਿਤਕਰੇ ਪੈਦਾ ਹੋ ਜਾਂਦੇ ਨੇ, ਭੇਦ ਭਾਵ ਖੜੀ ਹੋ ਜਾਂਦੇ ਨੇ। ਉਸ ਸੋਚ ਦਾ ਨਾਮ ਗੁਰੂ ਜੀ ਮਾਇਆ ਕਹਿ ਰਹੇ ਨੇ। ਇਸ ਕਰਕੇ ਮਾਇਆ ਕੋਈ ਸ਼ਕਤੀ ਨਹੀਂ, ਇੱਕ ਸੋਚ ਹੈ। ਕਿਹੜੀ ਹੈ ਇਹ ਮਾਇਆ? ਜਿਤ ਹਰ ਵਿਸਰੇ, ਇਹ ਮਾਇਆ ਹੈ, ਇਹਦਾ ਨਾਮ ਹੈ ਮਾਇਆ। ਉਸ ਸੋਚ ਦਾ ਨਾਮ ਮਾਇਆ ਹੈ। ਕਿਹੜੀ ਸੋਚ? ਜਿਤ ਹਰ ਵਿਸਰੇ, ਜਿਹਦੇ ਨਾਲ ਰੱਬ ਭੁੱਲ ਜਾਏ, ਮੋਹ ਉਪਜੇ, ਮੋਹ ਪੈਦਾ ਹੋ ਜਾਏ ਵੀ ਆ ਮੇਰਾ ਆਪਣੇ, ਆ ਬੱਚਾ ਆਪਣਾ, ਇਹ ਜ਼ਮੀਨ ਆਪਣੀ, ਇਹ ਕੋਠੀ ਆਪਣੀ, ਆ ਸਾਰਾ ਕੁਝ ਆਪਣੇ, ਇਹ ਮੇਰੀ ਬਰਾਦਰੀ ਆਪਣੀ, ਮੇਰਾ ਖਾਨਦਾਨ ਆਪਣਾ, ਮੇਰੀ ਸੁਸਾਇਟੀ ਆਪਣੀ ਹੈ, ਮੇਰੀ ਜਥੇਬੰਦੀ ਮੇਰੀ ਆਪਣੀ ਹੈ,
ਇਹ ਮੇਰਾ ਮਤ ਆਪਣਾ, ਮੇਰਾ ਧਰਮ ਆਪਣਾ, ਮੇਰਾ ਮਜ਼ਹਬ ਆਪਣਾ। ਜਿੱਥੇ ਆਪਣਾ ਆ ਗਿਆ ਨਾ, ਉੱਥੇ ਮਾਇਆ ਪੈਦਾ ਹੋ ਗਈ। ਸੋਚ ਜਿੱਤ ਹਰ ਵਿਸਰਿਆ, ਰੱਬ ਹੁਣ ਭੁੱਲ ਗਿਆ, ਕਿਉਂਕਿ ਰੱਬ ਤੇ ਜਰੇ ਜਰੇ ਸਾਰਿਆਂ ਵਿੱਚ ਹੀ ਸੀ। ਹੁਣ ਸਾਰਿਆਂ 'ਚ ਰੱਬ ਨਹੀਂ ਰਹਿ ਗਿਆ, ਹੁਣ ਸਿਰਫ ਜਿਹੜੇ ਮੇਰੇ ਆਪਣੇ ਨੇ ਬਸ ਉਹਨਾਂ 'ਚ ਹੈ, ਬੇਗਾਨਿਆਂ 'ਚ ਨਹੀਂ ਹੈ। ਮੋਹ ਉਪਜੈ, ਮੋਹ ਪੈਦਾ ਹੋ ਗਿਆ, ਭਾਉ ਦੂਜਾ ਲਾਇਆ। ਇੱਕ ਰੱਬ ਨੂੰ ਛੱਡ ਕੇ ਦਵੈਸ਼ ਪਿਆਰ ਵਿੱਚ ਪੈ ਗਿਆ ਕਿ ਰੱਬ ਸਾਰਿਆਂ ਵਿੱਚ ਨਹੀਂ ਹੈ ਜੀ, ਜਿਹੜੇ ਮੇਰੇ ਆਪਣੇ ਨੇ ਬਸ ਉਹਨਾਂ 'ਚ ਰੱਬ ਹੈ। ਆਹ ਵਾਲੀ ਸੋਚ ਹੈ ਮਾਇਆ ਵਾਲੀ। ਇਸ ਕਰਕੇ ਮਾਇਆ ਸ਼ਕਤੀ ਨਹੀਂ ਹੈ ਕੋਈ, ਮਾਇਆ ਇੱਕ ਸੋਚ ਦਾ ਨਾਮ ਹੈ। ਇਹ ਮਾਇਆ ਜਿਤ ਹਰ ਵਿਸਰੈ, ਮੋਹ ਉਪਜੈ, ਭਾਉ ਦੂਜਾ ਲਾਇਆ। ਜਦੋਂ ਸਵਾਰਥ ਪੈਦਾ ਹੋ ਗਿਆ, ਮੋਹ ਪੈਦਾ ਹੋ ਗਿਆ, ਦਵੈਸ਼ ਪਿਆਰ ਪੈਦਾ ਹੋ ਗਿਆ, ਰੱਬ ਭੁੱਲ ਗਿਆ ਸਾਰਿਆਂ ਵਿੱਚ ਹੀ ਉਹ ਤੇ ਹੈ, ਜਿਹਨੂੰ ਬੇਗਾਨੇ ਸਮਝਦਾ ਉਹਦੇ ਵਿੱਚ ਵੀ ਹੈ। ਜਦੋਂ ਉਹ ਭੁੱਲ ਗਿਆ, ਉਸ ਸੋਚ ਦਾ ਨਾਮ ਹੈ ਮਾਇਆ। ਇਹਨੂੰ ਕਹਿੰਦੇ ਨੇ ਨੀਵੀਂ ਸੋਚ। ਜਿਹੜੀ ਸਵਾਰਥੀ ਸੋਚ ਹੈ ਨਾ, ਉਹ ਨੀਵੀਂ ਸੋਚ ਹੈ। ਮੋਹ ਵਾਲੀ ਸੋਚ ਉਹ ਨੀਵੀਂ ਸੋਚ ਹੈ। ਇਹਨੂੰ ਕਹਿੰਦੇ ਨੇ ਅਰਧੈ। ਆ ਜਿਹੜਾ ਅਰਧੈ ਸੀ ਨਾ, ਮਨ ਨੀਵਾਂ ਸੀ, ਜਿਹਦੀ ਸੋਚ ਨੀਵੀਂ ਸੀ, ਆਪਣੇ ਬੇਗਾਨੇ ਵਾਲੀ ਸੋਚ ਸੀ, ਦੁਸ਼ਮਣ ਮਿੱਤਰ ਵਾਲੀ ਸੋਚ ਸੀ। ਹੁਣ ਕੀ ਹੋਇਆ? ਉਰਦ ਨਿਵੇਰਾ। ਉਰਦ ਮੈਨੇ ਉੱਚਾ, ਉੱਚਾ ਹੈ ਪ੍ਰਭੂ, ਤੇ ਇੱਥੇ ਉੱਚੇ ਪ੍ਰਭੂ ਦਾ ਭਾਵ ਹੈ ਉੱਚੀ ਸੋਚ, ਰੱਬੀ ਗੁਣ, ਰੱਬੀ ਗੁਣਾਂ ਵਾਲੀ ਉੱਚੀ ਸੋਚ। ਉਹ ਸੋਚ ਜਿਹਦੇ ਵਿੱਚ ਦਇਆ ਹੈ, ਜਿਹਦੇ ਵਿੱਚ ਧਰਮ ਹੈ, ਜਿਹਦੇ ਵਿੱਚ ਪ੍ਰੇਮ ਹੈ, ਜਿਹਦੇ ਵਿੱਚ ਸਬਰ ਹੈ, ਜਿਹਦੇ ਵਿੱਚ ਇਮਾਨਦਾਰੀ ਹੈ, ਜਿਹਦੇ ਵਿੱਚ ਆਪਣਤ ਹੈ, ਜਿਹਦੇ ਵਿੱਚ ਮਿੱਠੀ ਜ਼ੁਬਾਨ ਹੈ, ਜਿਹਦੇ ਵਿੱਚ ਨਿਮਰਤਾ ਹੈ। ਆ ਰੱਬੀ ਗੁਣਾਂ ਵਾਲੀ ਜਿਹੜੀ ਸੋਚ ਹੈ ਨਾ, ਇਹ ਉੱਚੀ ਸੋਚ ਹੈ। ਇਹਦਾ ਨਬੇੜਾ ਹੋ ਗਿਆ। ਹੁਣ ਕੀ ਹੋਇਆ? ਹੁਣ ਇਹ ਜੁੜ ਗਿਆ ਉਸ ਪ੍ਰਭੂ ਦੇ ਨਾਲ। ਤਧਾ, ਹੁਣ ਤਦੇ ਅੱਖਰ ਦੇ ਰਾਹੀਂ ਭਗਤ ਕਬੀਰ ਜੀ ਗਿਆਨ ਦੇ ਰਹੇ ਨੇ। ਅਰਧੈ ਭਾਵ ਨੀਵਾਂ ਜਿਹੜਾ ਮਨ ਸੀ, ਨੀਵੀਂ ਜਿਹੜੀ ਸੋਚ ਸੀ। ਉਰਦ ਨਵੇਰਾ, ਜਦੋਂ ਦੇ ਗੁਰੂ ਦੇ ਗਿਆਨ ਦੀ ਕੁੰਜੀ ਲਾਈ ਇਸ ਦਿਮਾਗ ਨੂੰ, ਗੁਰੂ ਦੇ ਗਿਆਨ ਨੇ ਇੱਕ ਗੱਲ ਬਿਠਾ ਦਿੱਤੀ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਹੁਣ ਕੀ ਹੋਇਆ? ਇਹ ਨੀਵਾਂ ਮਨ ਉੱਚਾ ਹੋ ਨਿਬੜਿਆ, ਨਖੇੜਾ ਹੋ ਗਿਆ, ਸਮਝ ਪੈ ਗਈ। ਇਹ ਨੀਵਾਂ ਮਨ ਉੱਚਾ ਹੋ ਨਿਬੜਿਆ, ਇਹਦੇ ਜੀਵਨ ਦੇ ਵਿੱਚ ਉਚਾਈ ਆ ਗਈ, ਇਹਦਾ ਜੀਵਨ ਉੱਚਾ ਹੋ ਗਿਆ। ਉਰਧ ਨਿਬੇਰਾ ਭਾਵ ਹੁਣ ਰੱਬ ਦਾ ਰੂਪ ਹੋ ਗਿਆ। ਇਹ ਨਿਬੇੜਾ ਹੋ ਗਿਆ ਇੱਥੇ। ਪਰ ਐਸਾ ਨਿਬੇੜਾ ਹੋਇਆ, ਐਸਾ ਫੈਸਲਾ ਹੋ ਗਿਆ ਕਿ ਜਿਸ ਫੈਸਲੇ ਨੇ ਗੁਰੂ ਦੇ ਗਿਆਨ ਨੇ ਦੱਸ ਦਿੱਤਾ ਕਿ ਪ੍ਰਭੂ ਉੱਚਾ ਹੈ, ਤੂੰ ਉਹਦੇ ਵਰਗਾ ਹੋਣਾ ਹੈ। ਜਦੋਂ ਗੁਰੂ ਦੇ ਗਿਆਨ ਦੀ ਕੁੰਜੀ ਇਸ ਦਿਮਾਗ ਨੂੰ ਲਾਈ, ਦਿਮਾਗ ਵਿੱਚ ਗੁਰੂ ਦਾ ਗਿਆਨ ਵਸਾਇਆ, ਗੁਰੂ ਦੇ ਗਿਆਨ ਨੇ ਮਨ ਦੀ ਨੀਵੀਂ ਸੋਚ ਨੂੰ ਉੱਚਾ ਚੁੱਕ ਦਿੱਤਾ, ਰੱਬ ਵਰਗਾ ਕਰ ਦਿੱਤਾ, ਉਰਦ ਬਣਾ ਦਿੱਤਾ। ਅਰਧ ਹੈ ਉਰਦ ਨਿਬੇਰਾ, ਨੀਵਾਂ ਮਨ ਉੱਚੇ ਰੱਬ ਹੋ ਨਿਬੜਿਆ, ਉੱਚੇ ਰੱਬ ਵਰਗਾ ਹੋ ਗਿਆ। ਜਦੋਂ ਰੱਬ ਵਰਗਾ ਹੋ ਗਿਆ, ਉੱਚਾ ਹੋ ਗਿਆ, ਤੇ ਫਿਰ ਕੀ ਹੋਇਆ? ਅਰਧੈ ਉਰਧੈ ਮੰਝ ਬਸੇਰਾ। ਫਿਰ ਕੀ ਹੋਇਆ? ਉੱਚੇ ਨੀਵੇਂ ਦਾ ਨਖੇੜਾ ਹੋ ਗਿਆ। ਮੰਝ ਮੈਨੇ ਵਿਚਕਾਰ, ਅਰਧੈ ਮੈਨੇ ਨੀਵਾਂ, ਉਰਧੈ ਮੈਨੇ ਉੱਚਾ, ਉੱਚੇ ਨੀਵੇਂ ਮੰਝ ਮੈਨੇ ਵਿਚਕਾਰ, ਬਸੇਰਾ ਮੈਨੇ ਨਿਵਾਸ। ਹੁਣ ਇਹਨਾਂ ਉੱਚੇ ਨੀਵੀਂ ਦਾ ਨਖੇੜਾ, ਜਿਹਦੇ ਵਿਚਕਾਰ ਵਿੱਥ ਸੀ ਮੰਝ, ਉਹ ਖਤਮ ਹੋ ਗਈ। ਹੁਣ ਉਰਧੈ ਮੰਝ ਬਸੇਰਾ ਭਾਵ ਉੱਚੇ ਦੇ ਵਿੱਚ ਇਹਦਾ ਹੁਣ ਨਿਵਾਸ ਹੋ ਗਿਆ। ਜਿਹੜਾ ਨੀਵਾਂ ਸੀ ਇਹ ਮਨ ਅਰਧੈ, ਅਰਧੈ ਮੈਨੇ ਜਿਹੜਾ ਨੀਵਾਂ ਮਨ ਸੀ, ਉਰਧੈ ਮੰਝ ਬਸੇਰਾ, ਹੁਣ ਉੱਚੇ ਪ੍ਰਭੂ ਦੇ ਵਿੱਚ ਬਸੇਰਾ ਕਰ ਲਿਆ ਉਹਨੇ। ਬਸੇਰਾ ਮੈਨੇ ਰਹਿائش, ਟਿਕਾਣਾ। ਹੁਣ ਇਸ ਨੀਵੇਂ ਮਨ ਦਾ ਉੱਚੇ ਪ੍ਰਭੂ ਦੇ ਵਿੱਚ ਟਿਕਾਣਾ ਹੋ ਗਿਆ। ਹੁਣ ਇਹ ਰੱਬ ਵਰਗਾ ਹੋ ਗਿਆ। ਪਹਿਲਾਂ ਜਿਵੇਂ ਛੋਟੀ ਜੀ ਬੂੰਦ ਸੀ, ਬਸ ਉਹਦੀ ਇੱਕ ਸੀਮਾ ਸੀ, ਉਹਦਾ ਇੱਕ ਨਾਪ ਤੋਲ ਸੀ, ਉਹਦਾ ਇੱਕ ਰੂਪ ਸੀ, ਇੱਕ ਛੋਟੀ ਜੀ ਬੂੰਦ। ਹੁਣ ਜਦੋਂ ਛੋਟੀ ਜੀ ਬੂੰਦ ਸਮੁੰਦਰ 'ਚ ਚਲੀ ਗਈ ਤੇ ਸਮੁੰਦਰ ਦਾ ਰੂਪ ਹੋ ਗਈ, ਸਾਗਰ ਦਾ ਰੂਪ ਹੋ ਗਈ, ਵਖਰੇਵਾਂ ਖਤਮ ਹੋ ਗਿਆ। ਜਿਹੜਾ ਸਾਗਰ ਤੋਂ ਵਿਛੜੀ ਹੋਈ ਸੀ ਉਹ ਵਖਰੇਵਾਂ ਦੂਰ ਹੋ ਗਿਆ, ਸਾਗਰ ਦੇ ਵਿੱਚ ਮਿਲ ਗਈ। ਅਰਧ ਹੈ ਨੀਵੀਂ ਸੋਚ ਵਾਲਾ ਮਨ ਉਰਧ ਮੰਝ ਉੱਚੇ ਪ੍ਰਭੂ ਦੇ ਵਿੱਚ ਬਸੇਰਾ ਮੈਨੇ ਨਿਵਾਸ ਕਰ ਗਿਆ। ਇਸ ਨੀਵੇਂ ਮਨ ਦੇ ਵਿੱਚ ਰੱਬੀ ਗੁਣਾਂ ਦੀ ਉੱਚੀ ਸੋਚ ਪੈਦਾ ਹੋ ਗਈ। ਜੇ ਪ੍ਰਭੂ ਨਿਰਭਉ ਹੈ, ਨਿਰਭੈਤਾ ਦੀ ਸੋਚ ਪੈਦਾ ਹੋ ਗਈ। ਪ੍ਰਭੂ ਨਿਰਵੈਰ ਹੈ, ਨਿਰਵੈਰਤਾ ਦੀ ਸੋਚ ਪੈਦਾ ਹੋ ਗਈ। ਪ੍ਰਭੂ ਦਿਆਲੂ ਹੈ, ਇਹਦੇ ਅੰਦਰ ਦਇਆ ਦੀ ਸੋਚ ਪੈਦਾ ਹੋ ਗਈ। ਪ੍ਰਭੂ ਪ੍ਰੇਮ ਹੈ, ਇਹਦੇ ਅੰਦਰ ਪ੍ਰੇਮ ਦੀ ਸੋਚ ਪੈਦਾ ਹੋ ਗਈ। ਉਰਧੈ ਮੰਝ ਬਸੇਰਾ ਭਾਵ ਉੱਚੇ ਪ੍ਰਭੂ ਵਿੱਚ ਸਮਾ ਗਿਆ। ਜਿਉਂ ਜਲ ਮਹਿ ਜਲ ਆਏ ਖਟਾਨਾ,
त्यों ज्योति संग जोत समाना, जिवें बूंद सागर च मिल के सागर हो गई, इदां ही ये प्रभु विच मिल के प्रभु हो गया। गुर कृपा जिह नर को कीनी, ते जुगत पछानी। जिन्हें गुरु ज्ञान की कुंजी दिमाग में लाई ना, गुरु के ज्ञान ने कृपा की, नानक लीन पयो गोबिंद स्यों, जो पानी संग पानी। इदां लीन होगा जिवें पानी च पानी मिल जाता है। ये नीवा मन उच्चे प्रभु दे विच बसेरा कर गया, टिक गया, भाव रब्बी गुणा दे विच एकमित हो गया। अर्धै छाड़ उर्द जो आवा, अर्धै छाड़ मैंने हुण नीवी सोच नूं छड्ड के, विकारां वाली सोच नूं छड्ड के, अपने बेगाने की सोच नूं छड्ड के, वितकरे वाली सोच नूं छड्ड के, आ जिहड़ी सोच सी स्वार्थ वाली, मोह वाली, उस सोच नूं छड्ड के अर्धै छाड़ उर्द जो आवा, उच्ची अवस्था विच आ गया। हुण माया वाली सोच छड्ड दित्ती, गुरु दे ज्ञान नाल माया वाली सोच अधीन हो गई, ਇਹਦੇ अंदर समा गई। ਜਿਹੜਾ ਅਸੀਂ ਪੜ੍ਹਦੇ ਆ ਜੋਗੀਆਂ ਨਾਲ ਜਦੋਂ ਚਰਚਾ ਹੋਈ, ਇਸੇ ਸੰਬੰਧ ਵਿੱਚ ਗੁਰੂ ਜੀ ਨੇ ਜੋਗੀਆਂ ਨੂੰ ਕਿਹਾ ਸੀ, ਜਿਹੜਾ ਅੱਜ ਕਹਿ ਰਹੇ ਭਗਤ ਕਬੀਰ ਜੀ ਜੋਗੀਆਂ ਨੂੰ ਵੀ ਆਹ 10ਵੇਂ ਦਵਾਰ ਨੂੰ ਗੁਰੂ ਦੇ ਗਿਆਨ ਦੀ ਕੁੰਜੀ ਲਾਣੀ ਹੈ, ਤੁਸੀਂ 10ਵਾਂ ਦਵਾਰ ਤੋੜਨ ਦੀ ਗੱਲ ਕਰ ਰਹੇ ਹੋ, ਗਿਆਨ ਦੀ ਕੁੰਜੀ ਲਾਓ। ਗੁਰੂ ਨਾਨਕ ਸਾਹਿਬ ਜੀ ਦੀ ਜਦੋਂ ਜੋਗੀਆਂ ਵਾਲੀ ਅਸੀਂ ਪੌੜੀਆਂ ਪੜ੍ਹਦੇ ਆ, ਮੁੰਦਾਂ ਸੰਤੋਖ ਸ਼ਰਮਪਤ ਝੋਲੀ ਜਾਂ ਭੁਗਤ ਗਿਆਨ ਦੇ ਭੰਡਾਰਨ, ਉਹ ਜੋਗੀਆਂ ਨਾਲ ਚਰਚਾ ਕਰਦਿਆਂ ਕਰਦਿਆਂ ਅੱਗੇ ਇੱਕ ਹੋਰ ਪੌੜੀ ਆਉਂਦੀ ਹੈ, ਏਕਾ ਮਾਈ जुगत व्याई। वो माई है माया, वो जिहड़ी एक माया है ना सोच, रब तो दूर करने वाली सोच। जुगत व्याई, गुरु दी जुगती सदका व्याई मैंने अपने अधीन कर ली। गुरु दी जिहड़े ज्ञान दी जुगती दिती, गुरु दे ज्ञान दी जुगती दे द्वारा उस माया वाली सोच नूं अपने अधीन कर लिया। तीन चेले प्रवान, वो जिहड़े तीन चेले ने रजो तमो सतो गुण, वो अपने अधीन कर लए, उन्हां तो लाहा ले लिया। एक संसारी, एक भंडारी, एक लाए दीवान। हुण गुरु दे ज्ञान सदका, जिहड़ी गुरु दे ज्ञान दी जुग सी, ਉਹਦੇ ਸਦਕਾ ਸਮਝ ਪੈ ਗਈ ਇੱਕ ਪ੍ਰਭੂ ਹੀ ਸੰਸਾਰੀ ਹੈ, ਉਹੀ ਤੇ ਦੁਨੀਆ ਨੂੰ ਬਣਾਉਣ ਵਾਲਾ ਹੈ। ਇੱਕ ਭੰਡਾਰੀ, ਉਹ ਇੱਕ ਪ੍ਰਭੂ ਹੀ ਤੇ ਸਾਰਿਆਂ ਨੂੰ ਭੰਡਾਰਾ ਦੇਣ ਵਾਲਾ ਹੈ, ਸਾਰਿਆਂ ਨੂੰ ਭੋਜਨ ਖਰਾਬੀ ਤੇ ਦੇ ਰਿਹਾ ਹੈ। ਇੱਕ ਲਾਏ ਦੀਵਾਨ, ਉਹ ਇੱਕ ਹੀ ਹੈ ਜਿਹੜਾ ਦੀਵਾਨ ਲਗਾਉਂਦਾ, ਹੋਰ ਹੈ ਹੀ ਕੋਈ ਨਹੀਂ। ਉਹਦੇ ਤੋਂ ਬਿਨਾਂ ਕੌਣ ਹੈ? ਜਿਵੇਂ ਤਿਸ ਭਾਵੈ ਤਿਵੇਂ ਚਲਾਵੇ, ਉਹ ਇੱਕ ਹੀ ਹੈ ਸੰਸਾਰੀ ਭੰਡਾਰੀ ਤੇ ਦੀਵਾਨ ਨਾਲ ਵਾਲਾ। ਜਿਵੇਂ ਉਹਨੂੰ ਚੰਗਾ ਲੱਗਦਾ ਉਦਾਂ ਦੁਨੀਆ ਚਲਾਉਂਦਾ ਹੈ ਉਹ। ਇਸ ਕਰਕੇ ਜਿਵ ਤਿਸ ਭਾਵੈ ਤਿਵੇਂ ਚਲਾਵੇ, ਜਿਵ ਹੋਵੇ ਫਰਮਾਨ। ਜਿਵੇਂ ਉਹਦਾ ਫਰਮਾਨ, ਉਹਦਾ ਹੁਕਮ, ਉਹਦਾ ਨਿਯਮ, ਆਪਣੇ ਨਿਯਮਾਂ ਦੇ ਮੁਤਾਬਕ ਸਾਰੇ ਸੰਸਾਰ ਨੂੰ ਚਲਾ ਰਿਹਾ ਹੈ। ਪਰ ਬਦਕਿਸਮਤੀ ਕੀ ਹੈ? ਉਹ ਵੇਖਿਆ ਉਹਨਾਂ ਨਜ਼ਰ ਨਾ ਆਵੇ। ਪ੍ਰਭੂ ਤੇ ਸਭ ਨੂੰ ਵੇਖ ਰਿਹਾ, ਪਰ ਸਾਨੂੰ ਜੀਵਾਂ ਨੂੰ ਰੱਬ ਨਜ਼ਰ ਨਹੀਂ ਆਉਂਦਾ। ਅਸੀਂ ਜਾਣਦੇ ਨਹੀਂ ਆ, ਅਸੀਂ ਇਦਾਂ ਸਮਝਦੇ ਆ ਵੀ ਰੱਬ ਸੁਣਦਾ ਹੈ, ਸਿਰਫ ਦੇਖਦਾ ਥੋੜੇ ਹੈ। ਰੱਬ ਤੇ ਅੰਨਾ ਹੈ, ਉਹ ਤੇ ਸਿਰਫ ਸੁਣਦਾ ਹੈਗਾ। ਇਹੀ ਕਾਰਨ ਜਦੋਂ ਅਸੀਂ ਗੋਲਕ 'ਚ ਪੈਸੇ ਪਾਉਂਦੇ ਆ, ਅਸੀਂ ਦੇਖਦੇ ਹਾਂ ਵੀ ਪਤਾ ਨਹੀਂ ਰੱਬ ਨੇ ਦੇਖਣੇ ਕਿ ਨਹੀਂ ਦੇਖਣੇ। ਅਸੀਂ ਗੋਲਕ 'ਚ ਪੈਸੇ ਪਾਏ, ਅਸੀਂ ਭਾਈ ਨੂੰ ਕਹਿੰਦੇ ਅਰਦਾਸ ਸਾਡਾ ਨਾਂ ਬੋਲ ਦਿਓ ਵੀ ਅਸੀਂ ਇੰਨੇ ਪੈਸੇ ਪਾਏ ਨੇ, ਕਿਉਂਕਿ ਰੱਬ ਤੇ ਅੰਨਾ ਹੈ, ਉਹ ਤਾਂ ਦੇਖਦਾ ਨਹੀਂ ਹੈ। ਅਸੀਂ ਗੋਲਕ 'ਚ ਪਾ ਦਈਏ, ਉਹਨੂੰ ਦਿਸੇ ਨਾ, ਉਹਨੂੰ ਤੇ ਸਿਰਫ ਸੁਣਦਾ ਹੈ। ਇਸ ਕਰਕੇ ਤੂੰ ਨਾ ਬੋਲ ਨਹੀਂ। ਫਿਰ ਗੁਰਦੁਆਰੇ ਦਾ ਗ੍ਰੰਥੀ ਜਿਹੜਾ ਉੱਚੀ ਸਾਰੀ ਨਾ ਬੋਲਦਾ ਹੈ, ਜਾਂ ਗੁਰਦੁਆਰੇ ਦਾ ਸੈਕਟਰੀ ਸਟੇਜ ਤੋਂ ਅਨਾਉਂਸ ਕਰਦਾ ਹੈ ਫਲਾਣੇ ਸਿੰਘ ਨੇ ਇੰਨੀ ਮਾਇਆ ਦਿੱਤੀ, ਕਿਉਂਕਿ ਅਸੀਂ ਸੋਚਦੇ ਵੀ ਰੱਬ ਅੰਨਾ ਹੈ, ਅਸੀਂ ਦਵਾਂਗੇ ਉਹਨੂੰ ਦਿਸਣਾ ਨਹੀਂ ਹੈ, ਇਸ ਕਰਕੇ ਸੁਣਾਉਣਾ ਪੈਣਾ ਉਹਨੂੰ। ਔਰ ਇਸੇ ਕਰਕੇ ਏਡੇ ਏਡੇ ਵੱਡੇ ਸਪੀਕਰ ਲਾਏ ਹੁੰਦੇ ਨੇ। ਪਹਿਲਾਂ ਤੇ ਰਾਤ 12-12 ਵਜੇ ਤੱਕ ਲੋਕਾਂ ਨੂੰ ਡੀਜੇ ਨਹੀਂ ਸੁਣਨ ਦਿੰਦੇ, 4 ਵਜੇ ਨੇ ਮੁੜ ਕੇ ਵੱਡੇ ਵੱਡੇ ਸਪੀਕਰ ਨਹੀਂ ਚੈਨ ਨਾਲ ਸੁਣਨ ਦਿੰਦੇ। ਏਡੇ ਏਡੇ ਵੱਡੇ ਸਪੀਕਰ ਕਿ ਬਜ਼ੁਰਗ ਜਾਂ ਬਿਮਾਰ ਲੋਕ ਜਾਂ ਪੜ੍ਹਨ ਵਾਲੇ ਬੱਚੇ ਉਹ ਏਡਾ ਡਿਸਟਰਬ ਹੁੰਦੇ ਨੇ। ਜਿਹੜੀ ਗੱਲ ਮੁਸਲਮਾਨਾਂ ਵਾਸਤੇ ਭਗਤ ਕਬੀਰ ਜੀ ਨੇ ਕਹੀ ਸੀ, ਅੱਜ ਸਾਡੇ ਲਈ ਸੱਚ ਹੋ ਰਹੀ ਹੈ। ਕਬੀਰ ਮੁੱਲਾ ਮੁਨਾਰੇ ਕਿਆ ਚੜੇ, ਸਾਈ ਨਾ ਬਹਿਰਾ ਹੋਏ। ਰੱਬ ਕੋਈ ਬੋਲਾ ਉਹਨੂੰ ਨੀਚੀ ਸੁਣਾਉਂਦੇ ਹੋ ਤੁਸੀਂ। ਜਾ ਕਾਰਨ ਤੂੰ ਬਾਂਗ ਦੇ ਦਿਲ ਹੀ ਪੀਤਰ ਜੋਏ। ਆਪਣੇ ਅੰਦਰ ਸੋਚ ਵੀ ਲਏਗਾ ਨਾ ਰੱਬ ਤੇ ਤਾਂ ਵੀ ਸੁਣ ਲਏਗਾ। ਪਰ ਅਸੀਂ ਸੋਚਦੇ ਹਾਂ ਵੀ ਰੱਬ ਸਿਰਫ ਸੁਣਦਾ ਵੈ ਉੱਚੀ ਬੋਲਣ ਦੇ ਨਾਲ, ਦੇਖਦਾ ਨਹੀਂ ਹੈ, ਉਹ ਅੰਨਾ ਹੈ। ਇਹੀ ਕਾਰਨ ਜਦੋਂ ਚੋਰੀ ਕਰਨੀ ਹੁੰਦੀ ਅਸੀਂ ਪ੍ਰਵਾਹ ਨਹੀਂ ਕਰਦੇ। ਉਹ ਕਿਹੜਾ ਦੇਖਦਾ, ਚੋਰੀ ਕਰ ਲਓ। ਗਰੀਬ ਦਾ ਹੱਕ ਮਾਰ ਲਓ, ਉਹ ਕਿਹੜਾ ਦੇਖ ਰਿਹਾ। ਗਰੀਬ ਦੀ ਜੇਬ ਕੱਟ ਲਓ, ਉਹ ਕਿਹੜਾ ਦੇਖਦਾ। ਰੱਬ ਤੇ ਅੰਨਾ ਵੈ। ਕਿਸੇ ਦਾ ਹੱਕ ਮਾਰ ਲਿਆਓ, ਕਿਸੇ ਨੂੰ ਮਾਰ ਦਿਓ, ਉਹ ਕਿਹੜਾ ਦੇਖਦਾ। ਰੱਬ ਤੇ ਅੰਨਾ ਵੈ। ਕਤਲ ਕਰ ਦਿਓ, ਚੋਰੀ ਕਰ ਲਓ, ਡਾਕੇ ਮਾਰ ਲਓ, ਰੱਬ ਕਿਹੜਾ ਦੇਖਦਾ। ਉਹ ਤੇ ਅੰਨਾ ਵੈ। ਅੱਗੋਂ ਦੇਖਿਆ ਪਿੱਛੋਂ ਦੇਖਿਆ, ਹੱਟ ਪੱਟਣ ਵਿੱਚ ਮੰਦਰ ਭੰਨੈ, ਕਰ ਚੋਰੀ ਕਰ ਆਵੇ। ਅੱਗੋਂ ਦੇਖਿਆ ਪਿੱਛੋਂ ਦੇਖਿਆ, ਤੁਝ ਤੇ ਕਾਂ ਛੁਪਾਵੇ। ਅਸੀਂ ਰੱਬ ਨੂੰ ਅੰਨਾ ਜਾਣਿਆ, ਇਸ ਕਰਕੇ ਪਾਪ ਕਰਨ ਲੱਗਿਆ ਬਿਲਕੁਲ ਨਹੀਂ ਸੋਚਦੇ ਵੀ ਉਹ ਦੇਖ ਰਿਹਾ। ਨਹੀਂ, ਉਹ ਦੇਖਦਾ ਥੋੜੇ ਹੈ, ਉਹ ਤੇ ਸਿਰਫ ਸੁਣਦਾ ਹੈ। ਗੁਰਦੁਆਰੇ 'ਚ ਸਪੀਕਰ 'ਚ ਆਪਣਾ ਨਾਂ ਦੱਸਣਾ ਪਏਗਾ ਵੀ ਮੈਨੇ ਦੇ ਦਿੱਤੇ ਨੇ। ਉਹ ਵੇਖਿਆ ਉਹਨਾਂ ਨਜ਼ਰ ਨਾ ਆਵੇ, ਬਹੁਤਾ ਇਹ ਵਿਡਾਨ।
ਹੁਣ ਇਹ ਜਿਹੜੀ ਸੋਚ ਸੀ ਮਾਇਆ ਵਾਲੀ, ਇਸ ਸੋਚ ਨੂੰ ਆਪਣੇ ਅਧੀਨ ਕਰਨਾ ਹੈ। ਅਰਧੈ ਛਾੜ, ਨੀਵੀਂ ਸੋਚ ਨੂੰ ਛੱਡ ਕੇ ਉਰਦ ਜੋ ਆਵਾ, ਜਦੋਂ ਉੱਚੀ ਅਵਸਥਾ ਵਿੱਚ ਆ ਪਹੁੰਚਿਆ। ਉਰਦ ਮੈਨੇ ਉੱਚੀ ਅਵਸਥਾ, ਉੱਚੀ ਸੋਚ, ਪ੍ਰਭੂ ਵਾਲੀ ਸੋਚ ਵਿੱਚ ਆ ਗਿਆ। ਰੱਬ ਵਾਲੇ ਗੁਣ ਇਹਦੇ ਅੰਦਰ ਪ੍ਰਗਟ ਹੋ ਗਏ। ਸਤ, ਸੰਤੋਖ, ਦਇਆ, ਧਰਮ, ਧੀਰਜ ਜਦੋਂ ਪ੍ਰਗਟ ਹੋ ਗਿਆ, ਉਦੋਂ ਕੀ ਹੋਇਆ? ਤੋ ਅਰਧੈ ਉਰਦ ਮਿਲਿਆ ਸੁਖ ਪਾਵਾ। ਤੋ ਮੈਨੇ ਤਦੋਂ, ਉਸ ਟਾਈਮ, ਉਸ ਵਕਤ, ਅਰਧੈ ਮੈਨੇ ਨੀਵੇਂ ਇਸ ਮਨ ਨੂੰ, ਜਿਹੜੀ ਵਿਕਾਰਾਂ ਵਾਲੀ ਸੋਚ ਨੀਵੀਂ ਸੀ, ਨੀਵੇਂ ਮਨ ਨੂੰ ਉਰਦ ਮਿਲਿਆ, ਉੱਚਾ ਰੱਬ ਮਿਲ ਗਿਆ, ਉੱਚਾ ਪ੍ਰਭੂ ਮਿਲ ਗਿਆ। ਭਾਵ ਨੀਵੀਂ ਸੋਚ ਮਹਾਨ ਸੋਚ ਬਣ ਗਈ। ਪਹਿਲਾਂ ਸਵਾਰਥ ਵਾਲੀ, ਮੋਹ ਵਾਲੀ ਸੋਚ ਸੀ, ਸਿਰਫ ਆਪਣੇ ਬੱਚਿਆਂ ਬਾਰੇ ਸੋਚਦਾ ਸੀ, ਹੁਣ ਦੂਜਿਆਂ ਬਾਰੇ ਵੀ ਸੋਚਣ ਲੱਗ ਪਿਆ। ਸਮਾਜ ਦੇ ਭਲੇ ਦੀ ਵੀ ਗੱਲ ਸੋਚਣ ਲੱਗ ਪਿਆ, ਦੁਨੀਆ ਦੇ ਭਲੇ ਦੀ ਵੀ ਗੱਲ ਸੋਚਣ ਲੱਗ ਪਿਆ। ਹੁਣ ਉਰਦ ਮਿਲਿਆ, ਉੱਚਾ ਪ੍ਰਭੂ ਮਿਲ ਗਿਆ, ਸੋਚ ਉੱਚੀ ਹੋ ਗਈ। ਇਹ ਸੋਚ ਹੀ ਹੈ ਜਿਹਨੇ ਬੰਦੇ ਨੂੰ ਨੀਵਾਂ ਬਣਾ ਰੱਖਿਆ ਹੋਇਆ। ਅਸੀਂ ਨੀਵੇਂ ਹੋਏ ਪਏ ਆ ਬੁਰੀਆਂ ਸੋਚਾਂ ਕਰਕੇ, ਵਿਕਾਰਾਂ ਵਾਲੀ ਸੋਚ ਨਾਲ ਅਸੀਂ ਨੀਵੇਂ ਬਣੇ ਆ। ਜਿਸ ਦਿਨ ਅਸੀਂ ਆਪਣੀ ਵਿਕਾਰਾਂ ਵਾਲੀ ਸੋਚ ਛੱਡ ਦਿਆਂਗੇ, ਗੁਰੂ ਜੀ ਦੀ ਗਿਆਨ ਦੀ ਸੋਚ ਨੂੰ ਅਪਣਾ ਲਵਾਂਗੇ, ਰੱਬੀ ਗੁਣਾਂ ਦੀ ਸੋਚ ਨੂੰ ਅਪਣਾ ਲਵਾਂਗੇ, ਉਸ ਦਿਨ ਜਦੋਂ ਸਾਡੀ ਸੋਚ ਉੱਚੀ ਹੋ ਜਾਏਗੀ, ਅਸੀਂ ਰੱਬ 'ਚ ਮਿਲ ਜਾਵਾਂਗੇ। ਸਿਰਫ ਸੋਚ ਉੱਚੀ ਕਰਨੀ ਹੈ ਰੱਬ 'ਚ ਮਿਲਣ ਵਾਸਤੇ। ਤਾਂ ਅਰਧੈ ਉਰਦ ਮਿਲਿਆ। ਜਦੋਂ ਫਿਰ ਇਸ ਨੀਵੀਂ ਸੋਚ ਵਾਲੇ ਮਨ ਨੂੰ ਉੱਚਾ ਪ੍ਰਭੂ ਮਿਲ ਗਿਆ, ਇਹਦੀ ਸੋਚ ਉੱਚੀ ਹੋ ਗਈ, ਇਹਦੀ ਸੋਚ ਵਿੱਚ ਰੱਬ ਸਮਾ ਗਿਆ। ਜਦੋਂ ਇਹਦੀ ਸੋਚ ਵਿੱਚ ਰੱਬ ਸਮਾ ਜਾਏਗਾ, ਕੀ ਹੋਏਗਾ? ਸੁਖ ਪਾਵਾ, ਫਿਰ ਸੁਖ ਪਾ ਲਏਗਾ, ਫਿਰ ਉਹਨੂੰ ਆਤਮਿਕ ਸੁਖ ਮਿਲ ਜਾਏਗਾ। ਇਹਦੀ ਜ਼ਿੰਦਗੀ 'ਚ ਖੇੜਾ ਆ ਜਾਏਗਾ, ਪ੍ਰਸੰਨਤਾ ਆ ਜਾਏਗੀ। ਨਾਨਕ ਭਗਤਾਂ ਸਦਾ ਵਿਗਾਸ, ਇਹਦੀ ਜ਼ਿੰਦਗੀ 'ਚ ਵਿਗਾਸਤਾ ਆ ਜਾਏਗੀ, ਆਨੰਦ ਆ ਜਾਏਗਾ। ਗੁਰੂ ਦੇ ਗਿਆਨ ਦੀ ਵਰਤੋਂ ਕਰਕੇ, ਗੁਰਬਾਣੀ ਨੂੰ ਪੜ੍ਹ ਕੇ, ਸਮਝ ਕੇ, ਗੁਰਬਾਣੀ ਤੇ ਅਮਲ ਕਰਕੇ, ਜਦੋਂ ਅਸੀਂ ਆਪਣੀ ਸੋਚ ਨੂੰ ਉੱਚਾ ਚੁੱਕਾਂਗੇ, ਪ੍ਰਭੀ ਗੁਣਾਂ ਨੂੰ ਧਾਰਨ ਕਰ ਲਵਾਂਗੇ, ਅਸੀਂ ਰੱਬ 'ਚ ਸਮਾ ਜਾਵਾਂਗੇ। ਇਸ ਪਦੇ ਦਾ ਅਰਥ ਹੈ ਕਿ ਸਾਡਾ ਮਨ ਨੀਵੀਂ ਸੋਚ ਵਾਲਾ ਹੈ। ਜਿਸ ਨੀਵੀਂ ਮਨ ਵਾਲੇ ਸੋਚ ਵਿੱਚ ਗੁਰੂ ਦੇ ਗਿਆਨ ਦੀ ਚਾਬੀ ਲੱਗ ਜਾਂਦੀ ਹੈ, ਰੱਬੀ ਗੁਣ ਆ ਵਸਦੇ ਨੇ, ਉਦੋਂ ਸਾਡੀ ਸੋਚ ਇੰਨੀ ਉੱਚੀ ਹੋ ਜਾਂਦੀ ਹੈ, ਰੱਬ ਵਰਗੀ ਹੋ ਜਾਂਦੀ ਹੈ। ਅਸੀਂ ਰੱਬ 'ਚ ਮਿਲ ਕੇ ਰੱਬ ਦਾ ਰੂਪ ਹੋ ਜਾਂਦੇ ਹਾਂ। ਇਸ ਤੋਂ ਅੱਗੇ 26ਵਾਂ ਬੰਦ, ਨੰਨਾ ਨਿਸ ਦਿਨ ਨਿਰਖਤ ਜਾਈ। ਹੁਣ ਨੰਨੇ ਅੱਖਰ ਦੇ ਰਾਹੀਂ ਭਗਤ ਕਬੀਰ ਜੀ ਸਾਨੂੰ ਗਿਆਨ ਦੇ ਰਹੇ ਨੇ। ਨੰਨਾ, ਨਿਸ, ਨਿਸ ਮੈਨੇ ਰਾਤ, ਦਿਨ, ਦਿਨ ਮੈਨੇ ਸਾਡਾ ਦਿਨ, ਨਿਰਖਤ ਇਹ ਨਿਰੀਖਣ ਤੋਂ ਬਣਿਆ। ਨਿਰੀਖਣ ਕਰਨਾ, ਚੰਗੀ ਤਰ੍ਹਾਂ ਜਾਂਚ ਪੜਤਾਲ ਕਰਨੀ, ਵਾਚਣਾ, ਗੌਰ ਨਾਲ ਦੇਖਣਾ, ਨੀਝ ਲਾਣੀ, ਤੱਕਣਾ। ਨਿਰਖਤ ਜਾਈ। ਹੁਣ ਆ ਜਿਹੜੀ ਨੰਨਾ, ਨਿਸ ਦਿਨ, ਨਿਸ ਮੈਨੇ ਰਾਤ, ਦਿਨ ਮੈਨੇ ਦਿਨ, ਦਿਨ ਰਾਤ ਨਿਰਖਤ ਉਡੀਕਦੇ ਆ, ਨੀਝ ਲਾਉਂਦੇ ਆ, ਜਾਈ ਮੈਨੇ ਗੁਜ਼ਰ ਜਾਂਦੀ ਹੈ। ਉਹ ਸੋਚ ਜਿਹੜੀ ਨੀਵੀਂ ਹੈ ਨਾ ਪਾਪਾਂ ਵਾਲੀ, ਉਹ ਪਾਪ ਹੀ ਸੋਚਦੇ ਨੇ। ਜਿਹਦੀ ਸੋਚ ਨੀਵੀਂ ਹੈ, ਅਰਧੈ ਵਾਲੀ ਹੈ, ਉਹ ਨੀਵੀਂ ਸੋਚ ਵਾਲੇ ਪਾਪ ਹੀ ਸੋਚਦੇ ਨੇ। ਕਿਵੇਂ ਧਨ ਕਮਾਈਏ ਜੇਬ ਕੱਟ ਕੇ, ਕਿਵੇਂ ਚੋਰੀ ਕਰਕੇ ਧਨ ਕਮਾਈਏ, ਕਿਵੇਂ ਗੁਆਂਢੀ ਨੂੰ ਨੀਵਾਂ ਦਿਖਾਈਏ, ਕਿਵੇਂ ਰਿਸ਼ਤੇਦਾਰਾਂ ਦੀ ਬੇਇੱਜ਼ਤੀ ਕਰੀਏ, ਕਿਵੇਂ ਫਲਾਣੇ ਦੀ ਨਿੰਦਿਆ ਕਰੀਏ। ਆਹ ਨੀਵੀਂ ਸੋਚ। ਕੁਝ ਲੋਕ ਐਸੇ ਨੇ ਜਿਨ੍ਹਾਂ ਦੀ ਸੋਚ ਚੰਗੀ ਹੈ, ਉਹ ਚੰਗਾ ਕਰਨ ਦਾ ਮੌਕਾ ਲੱਭਦੇ ਨੇ। ਕਦੋਂ ਮੈਂ ਕਿਸੇ ਦੀ ਸੇਵਾ ਕਰਾਂ, ਕਦੋਂ ਕਿਸੇ ਰਿਸ਼ਤੇਦਾਰ ਦੇ ਕੰਮ ਆਵਾਂ, ਕਦੋਂ ਮੈਂ ਗੁਆਂਢੀ ਦਾ ਭਲਾ ਕਰਾਂ, ਕਦੋਂ ਕਿਸੇ ਗਰੀਬ ਦੁਖੀਆ ਦੀ ਲੋੜ ਪੂਰੀ ਕਰਾਂ, ਕਦੋਂ ਕਿਸੇ ਗਰੀਬ ਦੀ ਮੈਂ ਸੇਵਾ ਕਰਾਂ, ਕਦੋਂ ਮੈਂ ਕਿਸੇ ਨਾਲ ਪਿਆਰ ਕਰਾਂ, ਕਦੋਂ ਮੈਨੂੰ ਮੌਕਾ ਮਿਲੇ, ਮੇਰੇ ਅੰਦਰ ਦਇਆ ਆਵੇ, ਮੈਂ ਕਿਸੇ ਦਾ ਸ਼ੁਭ ਭਲਾ ਕਰ ਸਕਾਂ। ਹੁਣ ਕਿਸੇ ਦੀ ਸੋਚ ਏਦਾਂ ਹੈ। ਹੁਣ ਕੀ ਹੋਇਆ? ਜਿਹੜਾ ਮਨ ਉੱਚਾ ਹੋ ਗਿਆ, ਰੱਬ ਵਰਗਾ ਜਦੋਂ ਮਨ ਹੋ ਗਿਆ, ਜਦੋਂ ਤੋ ਅਰਧੈ ਉਰਦ ਮਿਲਿਆ ਸੁਖ ਪਾਵਾ, ਜਦੋਂ ਨੀਵੀਂ ਸੋਚ ਵਾਲਾ ਮਨ ਰੱਬੀ ਗੁਣਾਂ ਨਾਲ ਉੱਚਾ ਹੋ ਗਿਆ, ਉਸ ਤੋਂ ਬਾਅਦ ਕੀ ਹੋਇਆ? ਉਹ ਦਿਨ ਰਾਤ ਨੂੰ ਸੋਚੀ ਜਾਂਦਾ ਹੈ, ਉਡੀਕੀ ਜਾਂਦਾ ਹੈ, ਸਾਰੇ ਵਿੱਚੋਂ ਰੱਬ ਹੀ ਦੇਖੀ ਜਾਂਦਾ ਹੈ। ਨੰਨਾ ਨਿਸ ਦਿਨ ਨਿਰਖਤ ਜਾਈ। ਉਹ ਦਿਨ ਰਾਤ ਨਿਰਖਤ ਮੈਨੇ ਤੱਕਦੇ ਆ, ਜਾਈ ਮੈਨੇ ਆਪਣੀ ਜ਼ਿੰਦਗੀ ਬਤੀਤ ਕਰਦਾ ਜਾ ਰਿਹਾ। ਸਾਰਿਆਂ ਵਿੱਚ ਰੱਬ ਦੇਖਦਿਆਂ ਉਹਦੀ ਜ਼ਿੰਦਗੀ ਗੁਜ਼ਰ ਜਾਂਦੀ ਹੈ, ਉਹ ਸ਼ੁਭ ਗੁਣਾਂ ਵਿੱਚ ਹੀ ਲੱਗਿਆ ਰਹਿੰਦਾ ਹੈ। ਨਿਰਖਤ ਨੈਣ ਰਹੇ ਰਤਵਾਈ। ਹੁਣ ਲਗਾਤਾਰ ਸਾਰਿਆਂ ਵਿੱਚ ਰੱਬ ਨੂੰ ਦੇਖਦਿਆਂ ਸਾਰਿਆਂ ਵਿੱਚ ਰੱਬ ਦੇ ਦਰਸ਼ਨ ਕਰਦਿਆਂ ਉਹਦੇ ਨੈਣ ਜਿਹੜੇ ਨੇ ਰਤਵਾਈ ਮੈਨੇ ਮਤਵਾਲੇ ਹੋ ਗਏ, ਰੱਤੇ ਗਏ। ਹੁਣ ਸਾਰਿਆਂ ਚੋਂ ਕਿਉਂਕਿ ਰੱਬ ਦੇਖ ਰਿਹਾ, ਜਦੋਂ ਸਾਰਿਆਂ ਚ ਰੱਬ ਹੀ ਦੇਖ ਰਿਹਾ, ਹੁਣ ਉਹਦੇ ਨੈਣ ਮਤਵਾਲੇ ਹੋ ਗਏ।
ਰੱਬੀ ਦੀਦਾਰ ਵਿੱਚ ਮਸਤ ਹੋ ਗਏ, ਰੱਬ ਦੇ ਆਨੰਦ ਨੂੰ ਮਾਣਨ ਲੱਗ ਪਿਆ, ਹਰ ਇੱਕ ਦੇ ਵਿੱਚੋਂ ਰੱਬ ਨੂੰ ਦੇਖਣ ਲੱਗ ਪਿਆ। ਇੰਨੇ ਨੈਣ ਮਸਤ ਨੇ, ਹੁਣ ਉਹਨੂੰ ਕਿਸੇ ਹੋਰ ਦੀ ਧੀ ਬੇਗਾਨੀ ਨਜ਼ਰ ਨਹੀਂ ਆਉਂਦੀ, ਕਿਸੇ ਹੋਰ ਦੀ ਧੀ ਵਿੱਚੋਂ ਆਪਣੀ ਧੀ ਦੇਖਦਾ। ਹੁਣ ਆਪਣੇ ਹਮ ਉਮਰ ਜਿਹੜੀਆਂ ਔਰਤਾਂ ਨੇ ਉਹਨਾਂ ਵਿੱਚੋਂ ਭੈਣ ਨੂੰ ਦੇਖਦਾ, ਆਪਣੇ ਤੋਂ ਵੱਡੀ ਉਮਰ ਦੀਆਂ ਔਰਤਾਂ ਵਿੱਚੋਂ ਮਾਂ ਦੇਖਦਾ। ਹੁਣ ਉਹਦੀ ਦ੍ਰਿਸ਼ਟੀ ਵਿਕਾਰੀ ਨਹੀਂ, ਉਹਦੇ ਨੈਣ ਇੰਨੇ ਮਸਤ ਹੋ ਗਏ, ਉਹ ਸਾਰਿਆਂ ਵਿੱਚੋਂ ਰੱਬ ਹੀ ਦੇਖਣ ਲੱਗ ਪਿਆ। ਉਹਨੂੰ ਹੁਣ ਪ੍ਰਭੂ ਦਿਸਦਾ ਹੈ, ਇੱਥੇ ਔਰਤ ਮਰਦਾਂ ਸਾਜੇ, ਇਹ ਸਭ ਰੂਪ ਤੁਮਾਰੇ, ਸਾਰਿਆਂ ਵਿੱਚ ਤੂੰ ਹੀ ਤੇ ਹੈ। ਹੁਣ ਸਾਰਿਆਂ ਵਿੱਚੋਂ ਰੱਬ ਦੇਖਣ ਲੱਗ ਪਿਆ। ਨਿਰਖਤ ਨੈਣ ਰਹੇ ਰਤਵਾਈ, ਆ ਜਿਹੜੇ ਗੁਰੂ ਦੇ ਗਿਆਨ ਦੀ ਚਾਬੀ ਲੱਗੀ ਸੀ ਨਾ, ਗੁਰੂ ਦੇ ਗਿਆਨ ਦੀ ਕੁੰਜੀ, ਕਿ ਸਾਰਿਆਂ ਵਿੱਚ ਰੱਬ ਹੈ। ਹੁਣ ਉਹਦੇ ਸਦਕਾ ਸਾਰਿਆਂ ਚ ਰੱਬ ਦੇਖਦਿਆਂ ਇਹਦੀ ਨੈਣ ਰਤਵਾਈ, ਰੱਤੇ ਗਏ, ਰੱਬ ਦੇ ਦਰਸ਼ਨਾਂ ਵਿੱਚ ਗੁੜੂੰਦ ਹੋ ਗਏ, ਰੱਬ ਦੇ ਦੀਦਾਰ ਦੇ ਵਿੱਚ ਮਸਤ ਹੋ ਗਏ। ਹੁਣ ਸਾਰਿਆਂ ਵਿੱਚ ਰੱਬ ਹੀ ਦੇਖ। ਇਹ ਨੇਤਰੋ ਮੇਰੇ ਹੋ ਹਰ ਤੁਮ ਮੈਂ ਜੋਤ ਤਰੀ, ਹਰ ਬਿਨ ਅਵਰ ਨਾ ਦੇਖੋ ਕੋਈ, ਹਰ ਬਿਨ ਅਵਰ ਨਾ ਦੇਖੋ ਕੋਈ, ਨਦਰੀ ਹਰ ਨਿਹਾਲਿਆ। ਅੱਖਾਂ ਨਾਲ ਰੱਬ ਨੂੰ ਨਿਹਾਰਦਾ ਉਹ, ਕਿਸੇ ਆਦਮੀ ਵਿੱਚੋਂ ਕਿਸੇ ਔਰਤ ਵਿੱਚੋਂ ਰੱਬ ਨੂੰ ਨਿਹਾਰਦਾ ਹੈ, ਬੱਚੇ ਵਿੱਚੋਂ ਬਜ਼ੁਰਗ ਵਿੱਚੋਂ ਰੱਬ ਨੂੰ ਹੀ ਨਿਹਾਰਦਾ ਹੈ, ਕਾਲੇ ਵਿੱਚੋਂ ਗੋਰੇ ਵਿੱਚੋਂ, ਅਖੌਤੀ ਊਚ ਨੀਚ ਦੇ ਵਿੱਚੋਂ, ਅਮੀਰ ਗਰੀਬ ਦੇ ਵਿੱਚੋਂ, ਉਹ ਰੱਬ ਨੂੰ ਹੀ ਨਿਹਾਰਦਾ ਹੈ। ਨਦਰੀ ਹਰ ਨਿਹਾਰਿਆ, ਇਹ ਹੈ ਨਿਰਖਤ ਨੈਣ ਰਹੇ ਰਤਵਾਈ। ਉਹਦੇ ਨੈਣ ਮਸਤ ਹੋ ਗਏ ਰੱਬ ਦੇ ਦਰਸ਼ਨਾਂ ਦੇ ਵਿੱਚ। ਉਹ ਜਿੱਧਰ ਵੀ ਦੇਖਦਾ, ਫਰੀਦਾ ਖਾਲਕ ਖਲਕ ਮੈਂ ਖਲਕ ਵਸੈ ਰੱਬ ਮਾਹੇ, ਮੰਦਾ ਕਿਸ ਨੂੰ ਆਖਿਆ ਜਦ ਤਿਸ ਬਿਨ ਕੋਈ ਨਾ। ਹੁਣ ਜਿੱਧਰ ਵੀ ਦੇਖਦਾ, ਅਵਲ ਅੱਲਾਹ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ ਇੱਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ ਲੋਗਾ ਭਰਮ ਨਾ ਭੂਲੋ ਪਾਈ, ਖਾਲਕ ਖਲਕ ਖਲਕ ਮੈਂ ਖਾਲਕ ਪੂਰੇ ਸਰਬ ਠਾਈ, ਸਾਰਿਆਂ ਵਿੱਚ ਉਹੀ ਤੇ ਹੈ। ਹੁਣ ਉਹਦੀ ਸੋਚ ਇੰਨੀ ਉੱਚੀ ਹੋ ਗਈ, ਉਹਦੀ ਅਵਸਥਾ ਇੰਨੀ ਉੱਚੀ ਹੋ ਗਈ, ਉਹ ਦਿਨ ਰਾਤ ਨਿਰਖਤ, ਦਿਨ ਰਾਤ ਨਿਰੀਖਣ ਕਰਦਿਆਂ, ਦਿਨ ਰਾਤ ਸਾਰਿਆਂ ਵਿੱਚੋਂ ਰੱਬ ਦੇਖਦਿਆਂ ਇੰਨੀ ਗੁਣਾਂ ਦੀ ਪ੍ਰੈਕਟਿਸ ਹੋ ਗਈ ਕਿ ਉਹਦੇ ਨੈਣ ਰੱਤੇ ਗਏ, ਸਭ ਚੋਂ ਰੱਬ ਦੇ ਦਰਸ਼ਨ ਕਰਨ ਲੱਗ ਪਏ। ਨਿਰਖਤ ਨਿਰਖਤ ਜਬ ਜਾਏ ਪਾਵਾ, ਨਿਰਖਤ ਨਿਰਖਤ ਮਤਲਬ ਨਿਰੀਖਣ ਕਰਦਿਆਂ, ਦੇਖਦਿਆਂ ਦੇਖਦਿਆਂ, ਦੀਦਾਰ ਦੀ ਤਾਂਘ ਦੇ ਵਿੱਚ ਬੋਲਦਿਆਂ, ਸੋਚਦਿਆਂ, ਕਰਮ ਕਰਦਿਆਂ, ਗਿਆਨ ਨੂੰ ਅਮਲ ਵਿੱਚ ਲੈ ਕੇ ਆਉਂਦਿਆਂ, ਜਬ ਜਾਏ ਪਾਵਾ, ਜਦੋਂ ਇਹਨੇ ਸੋਚ ਪੱਕੀ ਕਰ ਲਈ, ਉਸ ਅਵਸਥਾ ਤੇ ਪਹੁੰਚ ਗਿਆ, ਜਦੋਂ ਮਨ ਉਰਦੇ ਤੱਕ ਪੱਕਾ ਹੋ ਗਿਆ, ਸੋਚ ਪੱਕੀ ਹੋ ਗਈ, ਉਦੋਂ ਕੀ ਹੋਇਆ? ਤਬਲੇ ਨਿਰਖੈ ਨਿਰਖ ਮਿਲਾਵਾ, ਤਬਲੇ ਨਿਰਖੈ, ਨਿਰਖੈ ਮੈਨੇ ਜਿਹੜਾ ਨਿਰੀਖਣ ਕਰਨ ਵਾਲਾ ਹੈ, ਨਿਰਖ ਜਿਹੜਾ ਪ੍ਰਭੂ ਹੈ ਉਹਨੂੰ ਪ੍ਰਾਪਤ ਹੋ ਗਿਆ। ਇੱਕ ਹੁੰਦਾ ਦੇਖਣ ਵਾਲਾ, ਇੱਕ ਹੁੰਦਾ ਦ੍ਰਿਸ਼। ਜਿਵੇਂ ਮੰਨੋ ਮੈਂ ਕਿਸੇ ਫੁੱਲ ਨੂੰ ਦੇਖਾਂ, ਹੁਣ ਫੁੱਲ ਦੇਖਣ ਵਾਲਾ ਜਿਹੜਾ ਉਹ ਨਿਰਖ ਹੈਗਾ, ਜਿਹੜਾ ਫੁੱਲ ਹੈਗਾ ਉਹ ਨਿਰਖ ਹੈ। ਤਬ ਲੈ ਨਿਰਖ ਹੈ, ਜਿਹੜਾ ਤਾਂਘਵਾਨ ਸੀ ਨਾ, ਰੱਬ ਦੇ ਦਰਸ਼ਨਾਂ ਦਾ ਤਾਂਘਵਾਨ, ਰੱਬ ਦੀ ਭਾਲ ਕਰਨ ਵਾਲਾ, ਰੱਬ ਨੂੰ ਲੱਭਣ ਵਾਲਾ, ਰੱਬ ਨੂੰ ਉਡੀਕਣ ਵਾਲਾ, ਨਿਰਖ ਮਿਲਾਵਾ, ਉਹਨੂੰ ਉਹ ਨਿਰਖ ਪ੍ਰਭੂ ਮਿਲ ਗਿਆ। ਜਿਹੜਾ ਪ੍ਰਭੂ ਦੇ ਦਰਸ਼ਨਾਂ ਦੀ ਤਾਂਘ ਕਰਦਾ ਸੀ, ਉਹਨੂੰ ਰੱਬ ਮਿਲ ਗਿਆ। ਜਿਹਦੇ ਅੰਦਰ ਤਾਂਘ ਸੀ ਕਿ ਮੈਨੂੰ ਰੱਬ ਮਿਲ ਜਾਏ, ਉਹਨੂੰ ਰੱਬ ਪ੍ਰਾਪਤ ਹੋ ਗਿਆ, ਰੱਬੀ ਗੁਣ ਪ੍ਰਗਟ ਹੋ ਗਏ, ਉਹ ਮਤਵਾਲਾ ਹੋ ਗਿਆ, ਪ੍ਰਭੂ ਉਹਨੂੰ ਆਪਣੇ ਆਪ ਚ ਮਿਲਾ ਲੈਂਦਾ ਹੈ। ਨਿਰਖ ਮਿਲਾਵਾ, ਫਿਰ ਉਸ ਪ੍ਰਭੂ ਨੇ ਉਹਨੂੰ ਆਪਣੇ ਆਪ ਚ ਲੀਨ ਕਰ ਲਿਆ। 27ਵਾਂ ਬੰਦ ਆਰੰਭ ਹੈ ਜੀ। ਪੱਪਾ ਅਪਰ ਪਾਰ ਨਹੀਂ ਪਾਵਾ। ਹੁਣ ਪੱਪੇ ਅੱਖਰ ਦੇ ਰਾਹੀਂ ਭਗਤ ਕਬੀਰ ਜੀ ਅੱਜ ਸਾਨੂੰ ਗਿਆਨ ਦੇ ਰਹੇ ਨੇ। ਅਪਰ, ਅਪਰ ਮੈਨੇ ਜਿਹਦਾ ਪਾਰਲਾ ਬੰਨਾ ਲੱਭਿਆ ਨਾ ਜਾ ਸਕੇ, ਅਪਰ ਜਿਹਦਾ ਪਰੇ ਤੱਕ ਨਾ ਜਾਇਆ ਜਾ ਸਕੇ, ਜਿਹਦਾ ਪਰਲਾ ਬੰਨਾ ਪਤਾ ਹੀ ਨਹੀਂ ਉਹ ਕਿੰਨਾ ਉਹਦਾ ਵਿਸਥਾਰ ਹੈ, ਕੋਈ ਨਾ ਜਾਣੇ ਤੇਰਾ ਕੀਤਾ ਕੇਵਲ ਚੀਰਾ। ਪਾਰ ਨਹੀਂ ਪਾਵਾ, ਜਿਹਦਾ ਪਾਰ ਲੱਭਿਆ ਨਹੀਂ ਜਾ ਸਕਦਾ, ਜਿਹਦਾ ਅੰਤ ਲੱਭਿਆ ਨਹੀਂ ਜਾ ਸਕਦਾ, ਉਹ ਪ੍ਰਭੂ ਜਿਹਦੇ ਬਾਰੇ ਕੋਈ ਕਿੰਨੀ ਵੀ ਕੋਸ਼ਿਸ਼ ਕਰੇ ਪਰ ਉਹਦੇ ਅੰਤ ਨੂੰ ਕੋਈ ਜਾਣ ਨਹੀਂ ਸਕਦਾ। ਇੰਨਾ ਕੁ ਉਹਦਾ ਪਸਾਰਾ ਹੈ, ਇੰਨਾ ਕੁ ਫੈਲਿਆ ਹੋਇਆ ਹੈ, ਜਿਹਦੇ ਬਾਰੇ ਦੱਸਿਆ ਨਹੀਂ ਜਾ ਸਕਦਾ। ਕਿੰਨਾ ਕੁ ਪਸਾਰਾ ਉਹਦਾ, ਇੰਨਾ ਵੱਡਾ ਪਸਾਰਾ ਹੈ ਕਿ ਸਾਡਾ ਜਿਹੜਾ ਸੂਰਜ ਮੰਡਲ ਹੈ, ਜਿਹਦੇ ਵਿੱਚ ਕਿੰਨੇ ਗ੍ਰਹਿ ਨੇ, ਅੱਗੋਂ ਉਹਨਾਂ ਦੇ ਉਪਗ੍ਰਹਿ ਨੇ, ਸਾਡਾ ਇਹੋ ਜਿਹਾ ਸੂਰਜ ਮੰਡਲ ਜਿਹੜਾ ਹੈ, ਇਹੋ ਜਿਹਾ ਇੱਕ ਨਹੀਂ, ਇਹੋ ਜਿਹੇ 1 ਖਰਬ ਤੇ 50 ਅਰਬ ਸੂਰਜ ਮੰਡਲ ਹੋਰ, ਮਤਲਬ 1.5 ਲੱਖ ਮਿਲੀਅਨ ਸੂਰਜ ਮੰਡਲ ਹੋਰ ਵੀ ਨੇ। ਉਹ ਸਾਡੀ ਇੱਕ ਆਕਾਸ਼ ਗੰਗਾ ਵਿੱਚ ਨੇ, ਤੇ ਆਕਾਸ਼ ਗੰਗਾ ਇੱਕ ਥੋੜੇ ਨੇ,
ਇਹੋ ਜਿਹੀਆਂ 10 ਕਰੋੜ ਆਕਾਸ਼ ਗੰਗਾਵਾਂ ਲੱਭੀਆਂ ਜਾ ਚੁੱਕੀਆਂ ਨੇ। 10 ਕਰੋੜ ਆਕਾਸ਼ ਗੰਗਾਵਾਂ ਨੂੰ ਅਸੀਂ ਲੱਭ ਚੁੱਕੇ ਹਾਂ। ਏਡਾ ਵੱਡਾ ਪਸਾਰਾ ਵੇ, ਪਾਰ ਨਹੀਂ ਪਾਵਾ, ਪਰਲਾ ਬਰਨਾ ਦੇਖਿਆ ਨਹੀਂ ਜਾ ਸਕਦਾ। ਫਿਰ ਕੋਈ ਇਹ ਨਹੀਂ ਕਹਿ ਸਕਦਾ ਕਿ ਜੀ 10 ਕਰੋੜ ਹੀ ਆਕਾਸ਼ ਗੰਗਾਵਾਂ ਨੇ, ਉਸ ਤੋਂ ਜ਼ਿਆਦਾ ਵੀ ਨੇ। ਇੱਥੇ ਬਸ ਥੋੜੇ ਹੈ, ਇਸ ਤੋਂ ਅਗਾਂਹ ਕਿੰਨਾ ਪਸਾਰਾ ਹੈਗਾ। ਮੰਨ ਲਓ ਜਿਵੇਂ ਕੋਈ ਸਮੁੰਦਰ ਵਿੱਚ ਉਤਰੇ ਤੇ 10 ਮੀਟਰ ਉਤਰ ਕੇ ਵਾਪਸ ਆ ਜਾਏ, ਜੀ ਸਮੁੰਦਰ ਤੇ ਅਥਾਹ ਹੈ। ਉਹਨੂੰ ਪੁੱਛੇ ਤੂੰ ਕਿੱਥੇ ਤੱਕ ਦੇਖਿਆ, ਕਹੇਗਾ 10 ਮੀਟਰ ਤੱਕ। ਉਹਨੂੰ ਕੋ ਥੋੜਾ ਹੋਰ ਅੱਗੇ ਦੇਖ ਲੈਂਦਾ, ਸ਼ਾਇਦ 15 ਮੀਟਰ ਤੱਕ ਸਮੁੰਦਰ ਦਾ ਤਲਾ ਮਿਲ ਜਾਂਦਾ। ਉਹ ਫਿਰ ਜਾਏ ਸਮੁੰਦਰ ਵਿੱਚ 15 ਮੀਟਰ ਤੱਕ ਦੇਖ ਕੇ ਆਵੇ, ਆ ਕੇ ਕਹੇ ਨਹੀਂ ਜੀ ਸਮੁੰਦਰ ਤੇ ਅਥਾਹ ਹੈ, ਤਾਂ ਵੀ ਉਹਦਾ ਬਿਆਨ ਗਲਤ ਹੈ, ਕਿਉਂਕਿ ਇਹਨੇ 15 ਮੀਟਰ ਤੱਕ ਦੇਖਿਆ, ਕੀ ਪਤਾ 20 ਮੀਟਰ ਤੇ ਤਲਾ ਆ ਜਾਂਦਾ ਹੈ। ਉਹਨੂੰ ਇਹ ਕਹਿਣਾ ਚਾਹੀਦਾ ਵੀ ਮੈਂ 15 ਮੀਟਰ ਤੱਕ ਦੇਖਿਆ, ਉੱਥੋਂ ਤੱਕ ਤੇ ਅੰਤ ਨਹੀਂ ਸੀ, ਉਸ ਤੋਂ ਅੱਗੇ ਵੀ ਪਸਾਰਾ ਸੀ, ਪਤਾ ਨਹੀਂ ਅੱਗੋਂ ਕਿੰਨਾ ਹੈਗਾ। ਜੇ 1 ਖਰਬ 50 ਅਰਬ ਸੂਰਜ ਮੰਡਲ ਸਾਡੀ ਇੱਕ ਆਕਾਸ਼ ਗੰਗਾ ਵਿੱਚ ਨੇ, 1.5 ਲੱਖ ਮਿਲੀਅਨ ਸੂਰਜ ਮੰਡਲ ਸਾਡੀ ਇੱਕ ਆਕਾਸ਼ ਗੰਗਾ ਵਿੱਚ ਨੇ, ਇਹੋ ਜਿਹੀਆਂ 10 ਕਰੋੜ ਆਕਾਸ਼ ਗੰਗਾਵਾਂ ਅੱਜ ਸਾਇੰਟਿਸਟਾਂ ਨੇ ਲੱਭ ਲਈਆਂ ਨੇ, ਤੇ ਜ਼ਰੂਰੀ ਥੋੜੀ ਇੱਥੇ ਅੰਤ ਹੈ ਕਿ 10 ਤੱਕ ਦੇਖ ਲਿਆ ਵੀ ਇੱਥੇ ਤੱਕ ਅੰਤ ਹੋ ਸਕਦਾ, 10 ਤੋਂ ਅੱਗੇ ਹਜ਼ਾਰਾਂ ਕਰੋੜਾਂ ਆਕਾਸ਼ ਗੰਗਾਵਾਂ ਹੋਰ ਵੀ ਹੋਣ। ਭਾਵ ਪਰਲਾ ਬੰਨਾ ਨਹੀਂ ਪਤਾ ਸਾਨੂੰ, ਪਰਲਾ ਬੰਨਾ ਜਾਣਿਆ ਨਹੀਂ ਜਾ ਸਕਦਾ, ਕਿਉਂਕਿ ਮਨੁੱਖ ਦੀ ਉਮਰ ਬੜੀ ਛੋਟੀ ਹੈ। ਤੇ ਲਾਈਟ ਇਸ ਦੇ ਨਾਲ ਰੋਸ਼ਨੀ ਦੀ ਜਿਹੜੀ ਰਫ਼ਤਾਰ ਹੈ, ਉਹ 1 ਸੈਕਿੰਡ ਵਿੱਚ 3 ਲੱਖ ਕਿਲੋਮੀਟਰ ਰੋਸ਼ਨੀ ਚਲੀ ਜਾਂਦੀ ਹੈ। ਮਤਲਬ ਸੂਰਜ ਸਾਡੇ ਤੋਂ 15 ਕਰੋੜ ਕਿਲੋਮੀਟਰ ਦੂਰ ਹੈ, ਤੇ ਉਹਦੀ ਰੋਸ਼ਨੀ ਨੂੰ ਧਰਤੀ ਤੇ ਆਉਣ ਵਾਸਤੇ ਲਗਭਗ 8.5 ਮਿੰਟ ਲੱਗ ਜਾਂਦੇ ਨੇ, ਸਿਰਫ ਆ ਸਾਡੇ ਸੂਰਜ ਨੂੰ। ਪਰ ਇਸ ਬ੍ਰਹਿਮੰਡ ਵਿੱਚ ਐਸੇ ਅਨੇਕਾਂ ਅਰਬਾਂ ਖਰਬਾਂ ਤਾਰੇ ਨੇ, ਜਿਨ੍ਹਾਂ ਦੀ ਰੋਸ਼ਨੀ ਸਾਡੀ ਧਰਤੀ ਤੇ ਪਹੁੰਚਣ ਵਾਸਤੇ ਅਰਬਾਂ ਸਾਲ ਲੱਗ ਜਾਂਦੇ ਨੇ। ਹੋ ਸਕਦਾ ਹੈ ਰਾਤ ਨੂੰ, ਅੱਜ ਜਿਹੜਾ ਤੁਸੀਂ ਆਸਮਾਨ ਚਮਕਦਾ ਤਾਰਾ ਦੇਖੋ, ਉਹਦੀ 4 ਅਰਬ ਸਾਲ ਪਹਿਲਾਂ ਮੌਤ ਹੋ ਚੁੱਕੀ ਹੋਵੇ, 4 ਅਰਬ ਸਾਲ ਪਹਿਲਾਂ ਨਾਸ਼ ਹੋ ਚੁੱਕਿਆ ਹੋਵੇ। ਸਿਰਫ ਉਹਦੀ ਰੋਸ਼ਨੀ 4 ਅਰਬ ਸਾਲ ਪਹਿਲਾਂ ਉੱਥੋਂ ਚੱਲੀ, ਸਾਡੀ ਧਰਤੀ ਤੇ ਉਹਨੂੰ ਪਹੁੰਚਦਿਆਂ 4 ਅਰਬ ਸਾਲ ਲੱਗ ਗਏ। ਜਿਹੜਾ ਤਾਰਾ ਅੱਜ ਚਮਕਦਾ ਦੇਖ ਰਹੇ ਹਾਂ, ਕੀ ਪਤਾ 4 ਅਰਬ ਸਾਲ ਪਹਿਲਾਂ ਬੁੱਝ ਗਿਆ ਹੋਵੇ, ਉਹ ਮੁੱਕ ਚੁੱਕਿਆ ਹੋਵੇ। ਕੀ ਅੰਤ ਪਾਵਾਂਗੇ? ਉਹ ਲਾਈਟ ਦੇ ਸਫ਼ਰ ਦੀ ਮੈਂ ਗੱਲ ਕਰ ਰਿਹਾ, ਤੇ ਬੰਦੇ ਦੀ ਤੇ ਉਮਰ ਹੀ 70-80 ਸਾਲ ਔਸਤਨ ਹੈਗੀ ਹੈ, ਰੇਸ਼ੋ 100-150 ਸਾਲ 200 ਸਾਲ 500 ਸਾਲ ਉਮਰ ਕਰਕੇ ਵੀ ਬੰਦਾ ਆਪਣੀ ਇੱਕ ਆਕਾਸ਼ ਗੰਗਾ ਨੂੰ ਵੀ ਪਾਰ ਨਹੀਂ ਕਰ ਸਕਦਾ, ਤੇ 10 ਕਰੋੜ ਆਕਾਸ਼ ਗੰਗਾਵਾਂ ਲੱਭ ਚੁੱਕੇ ਹੋਵੇ। ਅਰਬਾਂ ਅਰਬਾਂ ਪ੍ਰਕਾਸ਼ ਵਰੇ ਦੀ ਸਪੀਡ ਨਾਲ ਵੀ ਜਾਵੇ, ਅਰਬਾਂ ਅਰਬਾਂ ਸਾਲ ਲੱਗ ਜਾਂਦੇ ਨੇ, ਜਿੱਥੋਂ ਤੱਕ ਇਹਨੇ ਸਿਰਫ ਦੇਖਿਆ ਆਪਣੀ ਦੂਰਬੀਨ ਨਾਲ, ਹੱਬਲ ਦੇ ਨਾਲ। ਉਸ ਤੋਂ ਅੱਗੇ ਕਿੰਨਾ ਪਸਾਰਾ ਹੈ। ਇਸ ਕਰਕੇ ਪੱਪਾ ਅਪਰ ਪਾਰ ਨਹੀਂ ਪਾਵਾ, ਉਹ ਪ੍ਰਭੂ ਅਪਰ ਹੈ, ਉਹਦਾ ਪਰਲਾ ਬੰਨਾ ਹੈ ਹੀ ਨਹੀਂ, ਪਾਰ ਨਹੀਂ ਪਾਵਾ, ਉਹਦਾ ਪਾਰ ਪਾਇਆ ਨਹੀਂ ਜਾ ਸਕਦਾ, ਉਹਦਾ ਅੰਤ ਲੱਭਿਆ ਨਹੀਂ ਜਾ ਸਕਦਾ। ਫਿਰ ਅਸੀਂ ਕੀ ਕਰੀਏ ਜੀ? ਪਰਮ ਜੋਤ ਸਿਓ ਪਰਚੋ ਲਾਵਾ। ਗੁਰੂ ਜੀ ਕਹਿੰਦੇ ਨੇ ਜਿਹੜੀ ਪਰਮ ਜੋਤ ਹੈ ਨਾ, ਸਭ ਤੋਂ ਵੱਡੀ ਜੋਤ, ਸਭ ਤੋਂ ਵੱਡਾ ਪ੍ਰਕਾਸ਼ ਦਾ ਸੋਮਾ, ਤੇ ਪ੍ਰਕਾਸ਼ ਹੈ ਗਿਆਨ। ਸਭ ਤੋਂ ਵੱਡੀ ਜੋਤ, ਸਭ ਤੋਂ ਵੱਡਾ ਗਿਆਨ ਦਾ ਸੋਮਾ, ਪ੍ਰਭੂ ਨਾਲ ਜਿਹਨੇ ਪਰਚੋ ਲਾਵਾ ਪਿਆਰ ਪਾ ਲਿਆ। ਪਰਚੋ ਲਾਵਾ ਪਿਆਰ ਪਾ ਲਿਆ, ਜਿਹਨੇ ਪਰਮ ਜੋਤ ਨਾਲ ਪਿਆਰ ਪਾ ਲਿਆ, ਜਿਹੜੀ ਪਰਮ ਜੋਤ ਸਭ ਤੋਂ ਵੱਡਾ ਪ੍ਰਕਾਸ਼ ਦਾ ਸੋਮਾ, ਜਿਹਦੇ ਨਾਲ ਸਾਰਾ ਕੁਝ ਚਮਕ ਰਿਹਾ। ਸਭ ਮੈਂ ਜੋਤ, ਜੋਤ ਹੈ ਸੋਏ, ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ। ਜਿਹਦੇ ਚਾਨਣ ਨਾਲ ਸੂਰਜ, ਚੰਦਰਮਾ, ਆਕਾਸ਼, ਤਾਰੇ, ਮਨੁੱਖ ਸਾਰੇ ਚਮਕਦੇ ਨੇ, ਧਰਤੀ, ਪਸ਼ੂ, ਪੰਛੀ ਚਮਕ ਰਹੇ ਨੇ, ਜਿਹਦੀ ਜੋਤ ਨਾਲ ਸਾਰੇ ਜੀਵਤ ਨੇ, ਜਿਹਦੀ ਜੋਤ ਨਾਲ, ਊਰਜਾ ਨਾਲ ਸਾਰੇ ਚੱਲ ਰਹੇ ਨੇ, ਉਹ ਹੈ ਪਰਮ ਜੋਤ। ਤੇ ਦੂਜਾ ਜੋਤ ਮੇਰੇ ਗਿਆਨ ਦਾ ਪ੍ਰਕਾਸ਼, ਜਿਹੜਾ ਗਿਆਨ ਦਾ ਸੋਮਾ ਹੈ। ਪਰਮ ਜੋਤ ਸਿਓ ਪਰਚੋ ਲਾਵਾ, ਜਿਹਨੇ ਪਰਮ ਜੋਤ ਪ੍ਰਭੂ ਨਾਲ ਪਿਆਰ ਪਾ ਲਿਆ, ਪ੍ਰੀਤ ਪਾ ਲਈ। ਲਫ਼ਜ਼ੀ ਨਹੀਂ, ਅਮਲ ਕਰ ਲਿਆ ਜਿਹਨੇ। ਰੱਬ ਨਾਲ ਪਿਆਰ ਪਾਉਣ ਦਾ ਮਤਲਬ ਰੱਬੀ ਗੁਣਾਂ ਨੂੰ ਜੀਵਨ ਚ ਵਸਾ ਲਿਆ, ਰੱਬੀ ਗੁਣਾਂ ਨਾਲ ਪਿਆਰ ਪਾ ਲਿਆ। ਜ਼ੁਬਾਨੀ ਨਹੀਂ ਕਿ ਰੱਬ ਨਿਰਭਉ ਹੈ, ਰੱਬ ਨਿਰਵੈਰ ਹੈ, ਮੈਂ ਪੜ੍ਹੀ ਜਾਣਾ ਇੱਕ ਓਂਕਾਰ ਸਤਨਾਮ ਕਰਤਾ ਪੁਰਖ, ਮੈਂ ਪੜ੍ਹੀ ਜਾਣਾ ਵਾ, ਪਰ ਪਿਆਰ ਨਹੀਂ ਹੈ ਮੇਰਾ। ਜਿੱਦਣ ਪ੍ਰਭੂ ਨਾਲ ਪਿਆਰ ਪਏਗਾ, ਉਹਦੇ ਗੁਣ ਮੇਰੀ ਜ਼ਿੰਦਗੀ ਚ ਆ ਜਾਣਗੇ। ਮੈਂ ਕਰਤਾ ਹੋ ਜਾਵਾਂਗਾ, ਮੈਂ ਨਿਰਭਉ ਹੋ ਜਾਵਾਂਗਾ, ਮੈਂ ਨਿਰਵੈਰ ਹੋ ਜਾਵਾਂਗਾ, ਮੈਂ ਬਖਸ਼ਿੰਦ ਹੋ ਜਾਵਾਂਗਾ, ਦਿਆਲੂ ਹੋ ਜਾਵਾਂਗਾ, ਮੇਰੇ ਅੰਦਰ ਰੱਬ ਵਾਲੇ ਗੁਣ ਆ ਜਾਣਗੇ, ਮੈਂ ਰੱਬ ਦਾ ਰੂਪ ਹੋ ਜਾਵਾਂਗਾ। ਉਹ ਹੈ ਪਿਆਰ ਪਾਣਾ। ਭਾਵ ਰੱਬੀ ਗੁਣਾਂ ਨਾਲ ਜਿਹਨੇ ਪਿਆਰ ਪਾ ਲਿਆ, ਜਿਹਨੇ ਰੱਬੀ ਗੁਣਾਂ ਨਾਲ ਸਾਂਝ ਪਾ ਲਈ। ਹੁਣ ਰੱਬੀ ਗੁਣਾਂ ਨਾਲ ਪਿਆਰ ਦੀ ਨਿਸ਼ਾਨੀ ਕੀ ਹੈ? ਪਰਮ ਜੋਤ ਸੇ ਪਰਚੋ ਲਾਵਾ, ਭਗਤ ਜੀ ਨੇ ਤੇ ਕਹਿ ਦਿੱਤਾ
ਕਿ ਜਿਹਨੇ ਪਰਮਜੋਤ ਪ੍ਰਭੂ ਨਾਲ ਪਰਚੋ ਲਾਵਾ ਪਿਆਰ ਪਾ ਲਿਆ। ਪਿਆਰ ਕਿਵੇਂ ਪਏਗਾ ਰੱਬ ਨਾਲ, ਅਸੀਂ ਤੈਨੂੰ ਦੇਖਿਆ ਨਹੀਂ। ਤੇ ਭਗਤ ਜੀ ਅਗਲੀ ਤੋਂ ਕੁਝ ਹੋਰ ਜ਼ਿਆਦਾ ਇਹਨੂੰ ਕਲੀਅਰ ਕਰ ਰਹੇ ਨੇ। ਪਾਂਚੋ ਇੰਦਰੀ ਨਿਗ੍ਰਹਿ ਕਰਈ। ਹੁਣ ਉਸ ਪਿਆਰ ਦੀ ਨਿਸ਼ਾਨੀ ਕੀ ਹੈ? ਜਿਹਨੇ ਆਪਣੇ ਪੰਜਾਂ ਇੰਦਰੀਆਂ ਨੂੰ ਰੋਕ ਲਿਆ। ਨਿਗ੍ਰਹਿ ਮੈਨੇ ਰੋਕ ਲੈਣਾ, ਕੰਟਰੋਲ ਕਰ ਲੈਣਾ, ਆਪਣੇ ਅਧੀਨ ਕਰ ਲੈਣਾ। ਜਿਹਨੇ ਆਪਣੇ ਪੰਜਾਂ ਇੰਦਰੀਆਂ ਨੂੰ ਆਪਣੇ ਅਧੀਨ ਕਰ ਲਿਆ। ਹੁਣ ਅੱਖਾਂ ਨੂੰ ਕੰਟਰੋਲ ਕਰ ਲਿਆ। ਅੱਖਾਂ ਹੁਣ ਬੇਗਾਨੇ ਧਨ ਨੂੰ, ਬੇਗਾਨੇ ਰੂਪ ਨੂੰ ਨਹੀਂ ਤੱਕਦੀਆਂ। ਹੁਣ ਅੱਖਾਂ ਜਿਹੜੀਆਂ ਸਾਰਿਆਂ ਚ ਰੱਬ ਦੇਖਣ ਲੱਗ ਪਈਆਂ। ਕੰਨ ਜਿਹੜੇ ਨੇ ਹੁਣ ਨਿੰਦਿਆ ਚੁਗਲੀ ਨਹੀਂ ਸੁਣਦੇ, ਕੰਨ ਸਿਫਤ ਸੁਣਨ ਲੱਗ ਪਏ। ਜ਼ੁਬਾਨ ਹੁਣ ਝੂਠ ਨਹੀਂ ਬੋਲਦੀ, ਇਹਨੂੰ ਆਪਣੇ ਅਧੀਨ ਕਰ ਲਿਆ। ਜ਼ੁਬਾਨ ਜਿਹੜੀ ਹੈ ਹੁਣ ਸੱਚ ਬੋਲਦੀ ਹੈ। ਹੱਥ ਜਿਹੜੇ ਨੇ ਕਿਸੇ ਦੀ ਜੇਬ ਨਹੀਂ ਕੱਟਦੇ, ਕਿਸੇ ਨੂੰ ਮਾਰਦੇ ਨਹੀਂ ਹਨ। ਹੱਥ ਸੇਵਾ ਕਰਨ ਲੱਗ ਪਏ, ਅਧੀਨ ਹੋ ਗਏ। ਪੈਰ ਗਲਤ ਦਿਸ਼ਾ ਵਿੱਚ ਨਹੀਂ ਜਾਂਦੇ, ਹੁਣ ਵਿਕਾਰਾਂ ਵਾਲੇ ਪਾਸੇ ਨਹੀਂ ਜਾਂਦੇ। ਹੁਣ ਪੈਰ ਜਿਹੜੇ ਨੇ ਸਮਾਜ ਦਾ ਭਲਾ ਕਰਨ ਵਾਸਤੇ ਜਾਂਦੇ ਨੇ, ਸੇਵਾ ਕਰਨ ਨੂੰ ਜਾਂਦੇ ਨੇ, ਗੁਰੂ ਦੇ ਦਰ ਤੇ ਆਉਂਦੇ ਨੇ। ਸਿੱਖ ਦੇ ਪੈਰ ਸਿਰਫ ਦੋ ਜਗ੍ਹਾ ਜਾਂਦੇ ਨੇ, ਤੀਜੀ ਥਾਂ ਹੀ ਨਹੀਂ ਉਹਦੇ ਜਾਣ ਦੀ। ਜਾਂ ਤੇ ਗੁਰੂ ਦੇ ਦਰ ਤੇ ਆਉਂਦੇ ਨੇ ਗਿਆਨ ਲੈਣ ਵਾਸਤੇ, ਜਾਂ ਸਮਾਜ ਦਾ ਭਲਾ ਕਰਨ ਵਾਸਤੇ ਸਮਾਜ ਵਿੱਚ ਜਾਂਦੇ ਨੇ, ਕਿਰਤਕਾਰ ਕਰਨ ਵਾਸਤੇ, ਸਮਾਜ ਦੇ ਭਲੇ ਦੇ ਲਈ। ਗੁਰਚਰਣੀ ਸਾਧ ਸੰਗਤੀ ਨਿਤ ਚਲ ਚਲ ਜਾਂਦੇ, ਵਤਨ ਪਰਉਪਕਾਰ ਨੂੰ ਕਰਪਾਰ ਰਸਾਂਦੇ। ਦੋ ਜਗ੍ਹਾ ਜਾਂਦੇ ਨੇ, ਤੀਜੀ ਥਾਂ ਹੀ ਕੋਈ ਨਹੀਂ। ਹੁਣ ਆ ਜਿਹੜੇ ਪੰਜ ਇੰਦਰੀ, ਇਹਨਾਂ ਨੂੰ ਆਪਣੇ ਅਧੀਨ ਕਰ ਲਿਆ। ਪਾਂਚੋਂ ਇੰਦਰੀ ਨਿਗ੍ਰਹਿ ਕਰਈ। ਆ ਹੈ ਪ੍ਰਭੂ ਪਿਆਰ ਦੀ ਨਿਸ਼ਾਨੀ। ਭਾਵ ਉਹਨਾਂ ਗੁਣਾਂ ਨੂੰ ਪ੍ਰੈਕਟੀਕਲ ਜੀਣਾ, ਆਪਣੇ ਇੰਦਰੀਆਂ ਨੂੰ ਆਪਣੇ ਅਧੀਨ ਕਰ ਲੈਣਾ। ਹੁਣ ਕੀ ਹੈ? ਉਹ ਹੁਣ ਝੂਠ ਨਹੀਂ ਬੋਲਦਾ, ਸੱਚ ਬੋਲਦਾ ਹੈ। ਨਿੰਦਿਆ ਚੁਗਲੀ ਨਹੀਂ ਸੁਣਦਾ, ਸਿਫਤ ਸੁਣਦਾ ਹੈ। ਉਹਦੀਆਂ ਅੱਖਾਂ ਪਰ ਧਨ ਪਰ ਰੂਪ ਨਹੀਂ ਦੇਖਦੀਆਂ, ਸਾਰਿਆਂ ਵਿੱਚ ਰੱਬ ਦੇ ਦੀਦਾਰ ਕਰਦੀਆਂ ਨੇ। ਉਹਦੇ ਹੱਥ ਕਿਸੇ ਦਾ ਹੱਕ ਨਹੀਂ ਮਾਰਦੇ, ਬੇਗਾਨੀ ਕਮਾਈ ਨਹੀਂ ਕਰ ਲੈ ਕੇ ਆਉਂਦੇ। ਉਹਦੇ ਹੱਥ ਸਮਾਜ ਦੀ ਸੇਵਾ ਕਰਦੇ ਨੇ। ਉਹਦੇ ਪੈਰ ਗਲਤ ਦਿਸ਼ਾ ਵਿੱਚ ਨਹੀਂ ਜਾਂਦੇ, ਉਹਦੇ ਪੈਰ ਸਮਾਜ ਦਾ ਭਲਾ ਕਰਨ ਵਾਸਤੇ ਜਾਂਦੇ ਨੇ। ਪੰਚੋਂ ਇੰਦਰੀ ਨਿਗ੍ਰਹਿ ਕਰਈ। ਆਇਆ ਪ੍ਰਭੂ ਨਾਲ ਪਰਚੋ, ਪ੍ਰਭੂ ਨਾਲ ਪਿਆਰ, ਉਹਦੇ ਅੰਦਰ ਰੱਬ ਵਾਲੇ ਗੁਣ ਪੈਦਾ ਹੋ ਜਾਂਦੇ ਨੇ। ਉਹਨੇ ਪੰਜਾਂ ਇੰਦਰੀਆਂ ਨੂੰ ਆਪਣੇ ਅਧੀਨ, ਆਪਣੇ ਕੰਟਰੋਲ ਵਿੱਚ ਕਰ ਲਿਆ। ਪਾਪ ਪੁੰਨ ਦੋ ਨਿਰਵਰਈ। ਹੁਣ ਉਹਨੇ ਪਾਪ ਤੇ ਪੁੰਨ ਦੋਨੋਂ ਦੂਰ ਕਰ ਲਏ। ਦੇਖੋ ਕਿੰਨਾ ਵਧੀਆ ਤਰੀਕਾ ਹੈ ਪਾਪ ਪੁੰਨ ਤੋਂ ਬਚਣ ਦਾ। ਨਿਰਵਰਈ ਮੈਨੇ ਨਿਵਾਰ ਦਿੱਤਾ, ਦੂਰ ਕਰ ਦਿੱਤਾ, ਤਿਆਗ ਦਿੱਤਾ, ਖਤਮ ਕਰ ਦਿੱਤਾ। ਉਹਨੇ ਪਾਪ ਤੇ ਪੁੰਨ ਵਾਲੀ ਸੋਚ ਦੋਨੋਂ ਛੱਡ ਦਿੱਤੀ। ਕਿਵੇਂ? ਹੁਣ ਉਹ ਆਪਣੀ ਇੰਦਰੀਆਂ ਨਾਲ ਇਦਾਂ ਦੇ ਕਰਮ ਕਰਦਾ ਹੈ, ਉਹਨੂੰ ਸੋਚਣ ਦੀ ਲੋੜ ਹੀ ਨਹੀਂ ਪੈਂਦੀ ਕੀ ਪੁੰਨ ਹੈ ਤੇ ਕੀ ਪਾਪ ਹੈ। ਜਦੋਂ ਸਾਰੇ ਇੰਦਰੀ ਉਹਦੇ ਕੰਟਰੋਲ ਚ ਆ ਗਏ, ਵਿਕਾਰ ਆਪ ਹੀ ਖਤਮ ਹੋ ਗਏ। ਜਦੋਂ ਵਿਕਾਰ ਖਤਮ ਹੋ ਗਏ, ਹੁਣ ਉਹਨੇ ਸਪੈਸ਼ਲ ਧਿਆਨ ਲਾ ਕੇ ਬੈਠਣ ਦੀ ਲੋੜ ਨਹੀਂ ਪੈਂਦੀ। ਜਦੋਂ ਉਹਨੇ ਆਪਣੇ ਕੰਨਾਂ ਨੂੰ ਆਪਣੇ ਅਧੀਨ ਕਰ ਲਿਆ, ਸਪੈਸ਼ਲ ਸੁਣਨ ਦੀ ਲੋੜ ਨਹੀਂ ਪੈਂਦੀ ਗਿਆਨ, ਸਪੈਸ਼ਲ ਗਿਆਨ ਬੋਲਣ ਦੀ ਲੋੜ ਨਹੀਂ ਪੈਂਦੀ। ਹੁਣ ਅੱਖਾਂ ਬੰਦ ਕਰਕੇ ਧਿਆਨ ਲਾਉਣ ਦੀ ਲੋੜ ਨਹੀਂ ਪੈਂਦੀ। ਹੁਣ ਅੱਖਾਂ ਦੇਖਦੀ ਰੱਬ ਨੇ। ਪਾਪ ਪੁੰਨ ਖਤਮ ਹੋ ਜਾਂਦੇ ਨੇ ਜਦੋਂ ਮਨੁੱਖ ਸ਼ੁਭ ਕਰਮ ਕਰਨ ਲੱਗ ਜਾਂਦਾ ਹੈ। ਭਾਵੇਂ ਉਹ ਕਰਮ ਹੀ ਏਦਾਂ ਕਦੇ ਕਰਨ ਲੱਗ ਜਾਂਦਾ ਹੈ, ਹੁਣ ਉਹਨੂੰ ਸੋਚਣ ਦੀ ਲੋੜ ਨਹੀਂ ਪੈਂਦੀ ਵੀ ਪੁੰਨ ਕੀ ਹੈ ਤੇ ਪਾਪ ਕੀ ਹੈ। ਉਹਦੇ ਲਈ ਕਹਾਣੀਆਂ ਤੋਂ ਵੱਧ ਨਹੀਂ ਇਹ। ਪਾਪ ਪੁੰਨ ਤੇ ਭਈ ਕਹਾਵਤ, ਕੋ ਨਰਕ ਕੋ ਸੁਰਗ ਬੰਚਾਵਤ, ਉਹਦੇ ਲਈ ਕਹਾਣੀਆਂ ਨੇ, ਕਹਾਣੀਆਂ ਤੋਂ ਵੱਧ ਨਹੀਂ। ਪਾਪ ਪੁੰਨ ਦੋ ਏਕ ਸਮਾਨ, ਨਿਜ ਕਰ ਪਾਰਸਤ ਜੋ ਗੁਨਾਹ। ਪਾਪ ਪੁੰਨ ਦੋ ਨਿਰਵਰਈ। ਉਹਨੇ ਦੋਨੋਂ ਪਾਪ ਤੇ ਪੁੰਨ ਛੱਡ ਦਿੱਤੇ। ਉਹਨੂੰ ਸੋਚਣ ਦੀ ਲੋੜ ਹੀ ਨਹੀਂ ਪੈਂਦੀ ਕਿਹੜਾ ਕੰਮ ਪੁੰਨ ਹੈ, ਕਿਹੜਾ ਕੰਮ ਪਾਪ ਹੈ। ਜਦੋਂ ਅੱਖਾਂ ਰੱਬ ਹੀ ਦੇਖਦੀਆਂ ਨੇ, ਪਾਪ ਪੁੰਨ ਕਿੱਥੇ ਰਹਿ ਗਿਆ? ਹੁਣ ਉਹਦੇ ਕੰਨ ਸੁਣਦੇ ਹੀ ਸਿਫਤ ਨੇ, ਕਿੱਥੇ ਰਹਿ ਗਿਆ ਪਾਪ ਪੁੰਨ? ਹੁਣ ਜਦੋਂ ਜ਼ੁਬਾਨ ਬੋਲਦੀ ਸੱਚ ਹੀ ਬੋਲਦੀ ਹੈ, ਹੁਣ ਕਿੱਥੇ ਪਾਪ ਪੁੰਨ ਰਹਿ ਗਿਆ? ਹੱਥ ਜਦੋਂ ਕੁਝ ਕਰਦੇ ਨੇ, ਸੇਵਾ ਹੀ ਕਰਦੇ ਨੇ, ਪੈਰ ਚੰਗੇ ਪਾਸੇ ਜਾਂਦੇ ਨੇ, ਭਲਾ ਕਰਨ ਜਾਂਦੇ ਨੇ, ਕਿੱਥੇ ਰਹਿ ਗਿਆ ਪਾਪ ਪੁੰਨ? ਹੁਣ ਜਦੋਂ ਇੰਦਰੀ ਸਾਡੇ ਅਧੀਨ ਹੋਣਗੇ, ਪਾਪ ਪੁੰਨ ਬਾਰੇ ਸੋਚਣ ਦੀ ਲੋੜ ਨਹੀਂ ਪਏਗੀ। ਹੁਣ ਸਾਜਨ ਦੁਸ਼ਟ ਜਾ ਕੇ ਏਕ ਸਮਾਨ ਹੈ, ਜੇਤਾ ਬੋਲਣ ਤੇਤਾ ਗਿਆਨ ਹੈ। ਹੁਣ ਜੋ ਬੋਲੇਗਾ ਗਿਆਨ ਹੀ ਬੋਲੇਗਾ। ਹੁਣ ਸੋਚਣਾ ਨਹੀਂ ਪੈਂਦਾ ਵੀ ਮੈਂ ਆਹ ਬੋਲਾਂ ਪਾਪ ਪੁੰਨ ਮਿਲੇਗਾ, ਆਹ ਬੋਲਾਂ ਪਾਪ ਮਿਲੇਗਾ। ਹੁਣ ਸੋਚਣਾ ਨਹੀਂ ਪੈਂਦਾ, ਕਿਉਂਕਿ ਜਦੋਂ ਬੋਲਦਾ ਗਿਆਨ ਹੀ ਬੋਲਦਾ। ਜੇਤਾ ਬੋਲਣ ਤੇਤਾ ਗਿਆਨ ਹੈ, ਜੇਤਾ ਸੁਣਨਾ ਤੇਤਾ ਨਾਮ, ਜੇਤਾ ਵੇਖਣ ਤੇਤਾ ਧਿਆਨ। ਜਦੋਂ ਦੇਖਦਾ ਰੱਬ ਹੀ ਦੇਖ ਰਿਹਾ, ਧਿਆਨ ਤੇ ਲੱਗ ਗਿਆ ਉਹਦਾ, ਗਲਤ ਦੇਖਦਾ ਹੀ ਨਹੀਂ। ਹੁਣ ਪਾਪ ਪੁੰਨ ਦੀ ਸੋਚ ਹੀ ਖਤਮ ਹੋ ਗਈ, ਸੋਚਣ ਦੀ ਲੋੜ ਹੀ ਨਹੀਂ ਪੈਂਦੀ। ਉਹਦੇ ਕਰਮ ਰੱਬ ਵਰਗੇ ਹੀ ਹੋ ਗਏ। ਪਾਪ ਪੁੰਨ ਦੋ ਨਿਰਵਰਈ। ਹੁਣ ਜਿੱਥੇ ਹੀ ਦੇਖਦਾ ਰੱਬ ਨੂੰ ਦੇਖਦਾ ਹੈ। ਸਿੱਖ ਦੀ ਸਮਾਧੀ ਬੰਦ ਅੱਖਾਂ ਵਾਲੀ ਨਹੀਂ ਹੈ, ਸਿੱਖ ਦੀ ਸਮਾਧੀ ਖੁੱਲੀਆਂ ਅੱਖਾਂ ਵਾਲੀ ਹੈ। ਉਹ ਅੱਖਾਂ ਖੋਲ ਕੇ ਰੱਬ ਨੂੰ ਦੇਖਦਾ, ਜੋ ਦਿਸੈ ਸੋ ਤੇਰਾ ਰੂਪ, ਜੋ ਨਜ਼ਰ ਆ ਰਿਹਾ ਤੇਰੇ ਤੇ ਰੂਪ ਹੈ।
ਹੁਣ ਜਦੋਂ ਖੁੱਲੀਆਂ ਅੱਖਾਂ ਨਾਲ ਜਦੋਂ ਦੇਖਦਾ ਹੈ ਤੇ ਰੱਬ ਨਜ਼ਰ ਆਉਂਦਾ ਹੈ। ਜਦੋਂ ਬੋਲਦਾ ਹੈ ਗਿਆਨ ਬੋਲਦਾ ਹੈ, ਕਿਉਂਕਿ ਹੁਣ ਝੂਠ ਤੇ ਉਹਨੇ ਬੋਲਣਾ ਨਹੀਂ ਹੈ, ਪਖੰਡ ਦੀ ਉਹਨੇ ਗੱਲ ਕਰਨੀ ਨਹੀਂ, ਕੋਈ ਨਹੀਂ। ਰੱਬੀ ਰਜ਼ਾ ਤੋਂ ਉਲਟ ਉਹਨੇ ਗੱਲ ਨਹੀਂ ਕੋਈ ਕਰਨੀ। ਰੱਬਾ ਤੂੰ ਮੀਂਹ ਪਾ ਦੇ, ਰੱਬਾ ਤੂੰ ਮੀਂਹ ਨਾ ਪਾ। ਹੁਣ ਜਦੋਂ ਬੋਲੇਗਾ ਸੱਚ ਬੋਲੇਗਾ, ਗਿਆਨ ਬੋਲੇਗਾ, ਜੇਤਾ ਬੋਲਣ ਤੇਤਾ ਗਿਆਨ ਹੈ, ਜੇਤਾ ਸੁਣਨਾ ਤੇਤਾ ਨਾਮ। ਹੁਣ ਵਿਕਾਰੀ ਗੀਤ, ਨਿੰਦਿਆ, ਚੁਗਲੀ, ਝੂਠ ਥੋੜੇ ਸੁਣੇਗਾ। ਜਦੋਂ ਸੁਣੇਗਾ ਸੱਚ ਹੀ ਸੁਣੇਗਾ ਨਾ। ਜਦੋਂ ਹੱਥ ਕਰਮ ਕਰਨਗੇ, ਹੁਣ ਕਿਸੇ ਦੀ ਜੇਬ ਨਹੀਂ ਕੱਟਣਗੇ, ਸੇਵਾ ਕਰਨਗੇ, ਪੈਰ ਚੰਗੇ ਪਾਸੇ ਜਾਣਗੇ। ਹੁਣ ਸੁਭਾਵਕ ਹੀ ਉਹਦੀ ਪਾਪ ਪੁੰਨ ਦੀ ਸੋਚ ਖਤਮ ਹੋ ਗਈ, ਕਿਉਂਕਿ ਉਹਦੇ ਹਰ ਕੰਮ ਜਿਹੜੇ ਨੇ ਕੁਦਰਤ ਦੀ ਨਿਯਮਾਵਲੀ ਦੇ ਵਿੱਚ ਆ ਗਏ। ਸੱਚ ਦੇ ਬੇਸ ਤੇ ਉਹ ਕੰਮ ਕਰ ਰਿਹਾ ਸਾਰੇ। ਉਹਦੇ ਕਰਮ ਸੱਚ ਦੇ ਬੇਸ ਤੇ ਹੋ ਗਏ। ਯੂਨੀਵਰਸਲ ਟਰੁੱਥ ਨੂੰ ਬੇਸ ਬਣਾ ਕੇ ਉਹ ਰੱਬੀ ਰਜ਼ਾ ਵਿੱਚ ਤੁਰਨ ਲੱਗ ਪਿਆ। ਉਹਦਾ ਹਰ ਇੱਕ ਕੰਮ ਜਿਹੜਾ ਹੈ ਉਹ ਵਿਕਾਰਾਂ ਤੋਂ ਰਹਿਤ ਹੋ ਗਿਆ। ਜਦੋਂ ਹਰ ਇੱਕ ਕੰਮ ਵਿਕਾਰਾਂ ਤੋਂ ਰਹਿਤ ਹੋ ਗਿਆ, ਪਾਪ ਪੁੰਨ ਦੋ ਨਿਰਵਰਈ, ਉਹਨੇ ਪਾਪ ਤੇ ਪੁੰਨ ਦੋਨੋਂ ਹੀ ਤਿਆਗ ਦਿੱਤੇ। ਹੁਣ ਦੋਨਾਂ ਤੋਂ ਭਾਵ ਪਾਪ ਪੁੰਨ ਦੀ ਸੋਚ ਉਹਦੇ ਅੰਦਰ ਆਉਂਦੀ ਨਹੀਂ, ਪਾਪ ਪੁੰਨ ਸੋਚਣ ਦੀ ਲੋੜ ਹੀ ਨਹੀਂ ਪੈਂਦੀ। ਇੰਦਰੇ ਉਹਦੇ ਅਧੀਨ ਨੇ, ਇੰਦਰੇ ਗੁਰੂ ਦੇ ਗਿਆਨ ਮੁਤਾਬਕ ਚੱਲਦੇ ਨੇ, ਤੇ ਉਦੋਂ ਉਹਦੇ ਜੀਵਨ ਦੇ ਵਿੱਚ ਰੱਬੀ ਗੁਣ ਪੈਦਾ ਹੋਏ, ਉਹ ਰੱਬ ਵਰਗਾ ਹੋ ਗਿਆ। ਇੰਨੀਆਂ ਬੇਨਤੀਆਂ ਭਗਵਾਨ, ਭੁੱਲਾਂ ਖਿਮਾ ਕਰਨੀਆਂ ਜੀ। ਮਿਲ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।